ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪੰਜਾਬ ਟੂਡੇ ਦੇ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ। ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਅਹਿਮ ਮੁੱਦਿਆਂ ਦੀ, ਉਹ ਮਸਲੇ ਜਿਹੜੇ ਪੰਜਾਬ ਦੇ ਲਈ ਜ਼ਰੂਰੀ ਨੇ ਅਤੇ ਕਿਵੇਂ ਪੰਜਾਬ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਪੰਜਾਬ ਦਾ ਕੀ ਹਾਲ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅੱਜ ਪੰਜਾਬ ਦੀ ਜੇ ਗੱਲ ਕਰੀਏ, ਇੱਕ ਐਕਸਾਈਜ਼ ਪੋਲਿਸੀ ਹੈ ਪੰਜਾਬ ਦੀ ਨਵੀਂ ਸਰਕਾਰ, ਆਮ ਆਦਮੀ ਪਾਰਟੀ ਸਰਕਾਰ, ਜਿਹੜੀ ਕਿ ਇੰਨੀ ਕੁ ਪੁਰਾਣੀ ਹੋ ਗਈ ਹੈ ਕਿ ਉਹਦਾ ਹੁਣ ਵਿਰੋਧ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਅਤੇ ਆਮ ਆਦਮੀ ਪਾਰਟੀ ਸਰਕਾਰ ਇੱਕ ਐਕਸਾਈਜ਼ ਪੋਲਿਸੀ ਲੈ ਕੇ ਆਈ ਹੈ। ਇਸ ਐਕਸਾਈਜ਼ ਪੋਲਿਸੀ ਦੀ ਚਰਚਾ ਕਿਉਂ ਹੋ ਰਹੀ ਹੈ, ਵਿਰੋਧ ਕਿਉਂ ਹੋ ਰਿਹਾ, ਇਹ ਵੀ ਜਾਣਾਂਗੇ ਅਤੇ ਜਾਣਾਂਗੇ ਕਿ ਇਹਦੇ ਕੀ ਲਾਭ ਨੇ ਅਤੇ ਕੀ ਨੁਕਸਾਨ ਨੇ। ਸਾਡੇ ਨਾਲ ਇਹਦੀ ਚਰਚਾ ਦੇ ਲਈ ਮੌਜੂਦ ਨੇ ਦਲਜੀਤ ਸਿੰਘ ਚੀਮਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਟੀਨਾ ਚੌਧਰੀ ਜੀ ਹੈ ਕਾਂਗਰਸ ਤੋਂ, ਅਸ਼ੋਕ ਸਰੀਨ ਜੀ ਨੇ, ਪਰਮਵੀਰ ਸਿੰਘ ਜੀ ਨੇ। ਸਵਾਗਤ ਹੈ ਜੀ ਤੁਹਾਡਾ। ਪਹਿਲੀ ਗੱਲ ਆਪਾਂ ਹੁਣ ਇਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲਿਕਰ ਪਾਲਿਸੀ ਹੈ ਕੀ। ਦਲਜੀਤ ਜੀ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੇ ਕਿ ਜਿਹੜੀ ਲਿਕਰ ਪਾਲਿਸੀ, ਜਿਹੜੀ ਐਕਸਾਈਜ਼ ਪਾਲਿਸੀ ਲੈ ਕੇ ਆ ਰਹੇ ਹਾਂ, ਇਹਦਾ ਪੰਜਾਬ ਨੂੰ ਪੋਜ਼ੀਟਿਵ ਕੀ ਮਿਲ ਸਕਦਾ ਹੈ? ਇਹਨੂੰ ਜੇ ਆਪਾਂ ਪੋਜ਼ੀਟਿਵ ਚੀਜ਼ ਤੋਂ ਸ਼ੁਰੂਆਤ ਕਰੀਏ ਤਾਂ ਅਮਨਦੀਪ ਜੀ, ਇਸ ਤਰ੍ਹਾਂ ਹੈ ਕਿ ਕਿਸੇ ਵੀ ਗਵਰਨਮੈਂਟ ਨੂੰ ਆਪਣੀ ਗਵਰਨਮੈਂਟ ਰਨ ਕਰਨ ਵਾਸਤੇ ਔਰ ਐਫੀਸ਼ੀਐਂਟ ਫੰਕਸ਼ਨਿੰਗ ਵਾਸਤੇ ਰਿਸੋਰਸਿਸ ਤਾਂ ਚਾਹੀਦੇ ਹੁੰਦੇ ਨੇ, ਫਾਈਨੈਂਸ਼ੀਅਲ ਰਿਸੋਰਸਿਸ ਚਾਹੀਦੇ ਨੇ। ਹੁਣ ਪੰਜਾਬ ਗਵਰਨਮੈਂਟ ਜਿਹੜੀ ਹੈ, ਪੰਜਾਬ ਦੇ ਕੋਲ ਕੋਈ ਹੋਰ ਇਹੋ ਜਿਹੇ ਰਿਸੋਰਸਿਸ, ਚਾਹੇ ਉਹ ਮਿਨਰਲਸ ਹੋਣ ਜਾਂ ਕੋਈ ਹੋਰ ਇਹੋ ਜਿਹੇ ਜਿਹੜੇ ਬਾਕੀ ਕਈ ਪ੍ਰਦੇਸ਼ਾਂ ਕੋਲ ਨੇ, ਉਹੋ ਜਿਹਾ ਕੋਈ ਰਿਸੋਰਸ ਤਾਂ ਹੈ ਨਹੀਂ। ਸੋ ਹਰ ਗਵਰਨਮੈਂਟ ਦੀ ਕੋਸ਼ਿਸ਼ ਹੁੰਦੀ ਹੈ ਕਿ ਲਿਕਰ ਪਾਲਿਸੀ 'ਚੋਂ ਮੈਕਸੀਮਮ ਪ੍ਰੋਫਿਟ ਜਿਹੜਾ ਜਨਰੇਟ ਕੀਤਾ ਜਾਏ। ਜਿਵੇਂ ਜੂਨ ਦੇ ਵਿੱਚ ਜਿਹੜੀ ਇਹ ਪਾਲਿਸੀ ਆਈ ਸੀ, ਜਿਹੜੀ ਚੱਲੇਗੀ 31 ਮਾਰਚ 2023 ਤੱਕ, ਅਤੇ ਉਹਦੇ 'ਚ ਇਸ ਗਵਰਨਮੈਂਟ ਦਾ ਖਿਆਲ ਸੀ ਕਿ 9,600 ਕਰੋੜ ਕੁਛ ਜਿਹੜਾ ਨਾ ਇਸ ਲਿਕਰ ਦਾ ਉਹਨਾਂ ਨੂੰ ਮਿਲੇਗਾ। ਕੋਈ ਹਰਜ ਨਹੀਂ ਇਹਦੇ 'ਚ, ਜੇ ਠੀਕ ਟਰਾਂਸਪੇਰੈਂਟ, ਫੇਅਰ, ਰੀਜ਼ਨੇਬਲ ਤਰੀਕੇ ਦੇ ਨਾਲ ਕੋਈ ਵੀ ਪਾਲਿਸੀ ਬਣਾਈ ਜਾਏ, ਜਿਹੜੀ ਸਾਰਿਆਂ ਦੇ ਮਤੇ, ਸਾਰਿਆਂ ਨੂੰ ਸੋਚ ਸਮਝ ਕੇ, ਸਾਰਿਆਂ ਨਾਲ ਕੰਸਲਟ ਕਰਕੇ ਕੋਈ ਪਾਲਿਸੀ ਬਣਾਈ ਜਾਏ ਤਾਂ ਉਹਦੇ 'ਚ ਕੋਈ ਹਰਜ ਨਹੀਂ ਹੁੰਦਾ। ਮੇਰਾ ਖਿਆਲ ਹੈ ਸਾਰਿਆਂ ਨਾਲੋਂ ਵੱਡਾ ਜਿਹੜਾ ਪ੍ਰੋਬਲਮ ਹੈ ਇਸ ਵੇਲੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੂੰ ਹੈ, ਉਹ ਦਿੱਲੀ ਸਰਕਾਰ ਦਾ ਜਾਂ ਕੇਜਰੀਵਾਲ ਦਾ ਜਿਹੜਾ ਹੈਂਡੀਕੈਪ ਹੈ ਨਾ, ਉਹ ਉਹਨਾਂ ਦੇ ਨਾਲ ਜੁੜ ਗਿਆ ਕਿ ਹਰ ਗੱਲ ਦੇ ਵਿੱਚ ਨਾ ਜੋ ਕੁਛ ਉੱਥੇ ਹੁੰਦਾ ਦਿੱਲੀ ਦਾ, ਉਹਨੂੰ ਲਿਆ ਕੇ ਅਤੇ ਪੰਜਾਬ ਦੇ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਮੇਰਾ ਖਿਆਲ ਹੈ ਇਹ ਕੋਈ ਉਨੀ ਸੈਂਸੇਬਲ ਜਾਂ ਅੱਛੀ ਸੋਚ ਨਹੀਂ। ਪਰ ਜਿਹੜਾ ਤੁਹਾਡਾ ਸਵਾਲ ਸੀ ਕਿ ਇਹ ਲਿਕਰ ਪਾਲਿਸੀ ਜਿਹੜੀ ਹੈ, ਇਹਦੇ ਵਿੱਚ ਹੋ ਸਕਦਾ ਹੈ ਕੁਛ ਖਾਮੀਆਂ ਹੋਣ ਜੀ। ਮੈਂ ਨਹੀਂ ਇਹ ਕਹਿ ਰਿਹਾ ਵੀ ਹਰ ਕੋਈ ਵੀ ਸਿਸਟਮ ਜਾਂ ਕੋਈ ਪਾਲਿਸੀ ਜਾਂ ਕੋਈ ਫਰੇਮਵਰਕ ਉਹ ਪਰਫੈਕਟ ਤਾਂ ਹੋ ਹੀ ਨਹੀਂ ਸਕਦਾ ਜੀ। ਤੁਸੀਂ ਵਰਕੇਬਲ, ਰੀਜ਼ਨੇਬਲ ਔਰ ਫੇਅਰ ਜੇ ਕੋਈ ਚੀਜ਼ ਹੋਏ ਤਾਂ ਉਹਨੂੰ ਮੇਰਾ ਖਿਆਲ ਹੈ ਐਕਸੈਪਟ ਕਰਕੇ ਚੱਲਣ ਦਾ ਮੌਕਾ ਦੇਣਾ ਚਾਹੀਦਾ ਹੈ। ਔਰ ਉਹਦੇ ਤੋਂ ਫਿਰ ਦੇਖਿਆ ਜਾ, ਦੇਖੋ ਵੱਡੀ ਪ੍ਰੋਬਲਮ ਤਾਂ ਇਹ ਸੀ ਕਿ ਚੰਡੀਗੜ੍ਹ ਨਾਲ ਹੈ। ਹੁਣ ਚੰਡੀਗੜ੍ਹ ਜੇ ਨਾਲ ਹੈ ਅਤੇ ਜੇ ਚੰਡੀਗੜ੍ਹ 'ਚ ਰੇਟ ਘੱਟ ਨੇ ਲਿਕਰ ਦੇ, ਅਤੇ ਮੇਰਾ ਖਿਆਲ ਹੈ ਪੰਜਾਬ ਗੌਰਮੈਂਟ ਨੂੰ ਇਹ ਰੇਟ ਘੱਟ ਕਰਨੇ ਹੀ ਪੈਣੇ ਸਨ, ਜਿਹੜਾ ਬਹੁਤ ਵੱਡਾ ਕ੍ਰਿਟਿਸਿਜ਼ਮ ਹੋ ਰਿਹਾ ਲੋਕਾਂ ਵੱਲੋਂ, ਦੂਸਰੀਆਂ ਪਾਰਟੀਜ਼ ਵੱਲੋਂ ਪੰਜਾਬ ਗੌਰਮੈਂਟ। ਮੇਰਾ ਖਿਆਲ ਹੈ ਕੋਈ ਵੀ ਪਾਰਟੀ ਹੁੰਦੀ ਇਨ ਪਾਵਰ ਆਪ ਦੀ ਜਗ੍ਹਾ, ਅਤੇ ਉਹ ਵੀ ਸ਼ਾਇਦ ਇਸੇ ਤਰ੍ਹਾਂ ਹੀ ਕਰਦੀ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ। ਸਰ, ਇਹ ਤਾਂ ਤੁਸੀਂ ਪੋਜ਼ੀਟਿਵ ਇੱਕ ਤਰੀਕਾ ਦੱਸਿਆ ਕਿ ਇਸ ਪੋਲਿਸੀ ਦੇ ਵਿੱਚ ਚੇਂਜਸ ਕਿਉਂ ਲਿਆਉਣੇ ਚਾਹੀਦੇ ਸੀ, ਕੀ ਉਹਦੇ ਵਿੱਚ ਪੋਜ਼ੀਟਿਵ ਚੀਜ਼ਾਂ ਹੋ ਸਕਦੀਆਂ। ਹੁਣ ਜੇ ਆਪਾਂ ਵਿਰੋਧ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਤਾਜ਼ਾ। ਪਰਮਵੀਰ ਜੀ, ਕੀ ਗੱਲ ਹੈ ਕਿ ਲਿਕਰ ਪੋਲਿਸੀ ਦਾ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਿਹਾ? ਦੇਖੋ ਅਮਨਦੀਪ ਜੀ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵਿਰੋਧ ਨਹੀਂ ਕੀਤਾ, ਅਸੀਂ ਤੱਥਾਂ ਦੇ ਆਧਾਰ ਤੇ ਇਹ ਵੀ ਦੱਸਿਆ ਵੀ ਕਿਵੇਂ ਪੰਜਾਬ ਦੇ ਪੈਸੇ ਦੀ ਲੁੱਟ ਹੋ ਰਹੀ ਹੈ ਔਰ ਕਿਵੇਂ 6 ਮਹੀਨਿਆਂ ਦੇ ਵਿੱਚ 500 ਕਰੋੜ ਦਾ ਸਕੈਮ ਪੰਜਾਬ ਸਰਕਾਰ ਨੇ ਜਿਹੜਾ ਕੀਤਾ, ਤੇ ਇਹ ਸਾਰਾ ਪੈਸਾ ਪੰਜਾਬ ਦਾ ਲੁੱਟ ਕੇ ਦਿੱਲੀ ਨੂੰ ਜਾ ਰਿਹਾ। ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦੇਖੋ, ਜਿਹੜੀ ਐਕਸਾਈਜ਼ ਪਾਲਿਸੀ ਦਾ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਹੀ ਹੈ, ਇਹ ਉਹ ਸੇਮ ਪਾਲਿਸੀ ਹੈ ਜਿਹੜੀ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀ। ਇਹਦੇ ਵਿੱਚ ਇਨ ਬਿਨ ਇੱਕ ਵੀ ਅੱਖਰ ਚੇਂਜ ਨਾ ਕਰਕੇ ਇਹਨੂੰ ਪੰਜਾਬ ਤੇ ਲਾਗੂ ਕਰ ਦਿੱਤਾ ਗਿਆ। ਹੁਣ ਇਹ ਚੀਜ਼ ਨਹੀਂ ਬੜੀ ਸਾਨੂੰ ਸਮਝਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਵੀ ਸਾਡੇ ਨਾਲ ਠੱਗੀ ਕਿਵੇਂ ਹੋ ਰਹੀ ਹੈ। ਦੇਖੋ, ਅਗਰ ਇਹ ਪਾਲਿਸੀ ਦੇ ਵਿੱਚ ਇੰਨਾ ਮੁਨਾਫਾ ਸੀ ਤੇ ਦਿੱਲੀ ਦੇ ਵਿੱਚ ਜਦੋਂ ਇਨਕੁਆਇਰੀ ਮਾਰਕ ਕੀਤੀ ਗਈ ਤਾਂ ਇੱਕ ਹਫ਼ਤੇ ਦੇ ਵਿੱਚ ਇਹ ਪਾਲਿਸੀ ਕਿਉਂ ਵਾਪਸ ਲੈ ਲਿੱਤੀ ਗਈ? ਦੇਖੋ, ਇਹਦੇ ਲਈ ਮੈਂ ਤੁਹਾਨੂੰ ਡੇਟਸ ਦੱਸਦਾ ਜਿਹੜੀਆਂ ਬੜੀਆਂ ਜ਼ਰੂਰੀਆਂ ਨੇ। 8/7/22 ਨੂੰ ਜਿਹੜੇ ਦਿੱਲੀ ਦੇ LG ਆ, ਉਹ ਇੱਕ ਰਿਪੋਰਟ ਮੰਗਦੇ ਨੇ ਚੀਫ ਸੈਕਟਰੀ ਦੇ ਕੋਲੋਂ ਵੀ ਜਿਹੜੀ ਇਹ ਐਕਸਾਈਜ਼ ਪਾਲਿਸੀ ਹੈ ਇਹਦੇ ਤੇ ਰਿਪੋਰਟ ਸਬਮਿਟ ਕੀਤੀ ਜਾਵੇ। 21/7 ਨੂੰ ਜਿਹੜਾ ਰਿਪੋਰਟ ਸਬਮਿਟ ਕੀਤੀ ਜਾਂਦੀ ਹੈ ਤੇ ਉਸੇ ਦਿਨ ਹੀ LG CBI ਇਨਕੁਆਇਰੀ ਦੀ ਮਾਰਕ ਕਰ ਦਿੰਦੇ ਆ।
ਜੀ 29/7 ਨੂੰ ਇੱਕੋ ਦਮ ਗਵਰਨਮੈਂਟ ਜਦੋਂ ਸੀਬੀਆਈ ਇਨਕੁਆਇਰੀ ਮਾਰਕ ਹੁੰਦੀ ਹੈ ਤੇ ਯੂ ਟਰਨ ਲੈ ਲੈਂਦੀ ਹੈ ਤੇ ਪਾਲਿਸੀ ਵਾਪਸ ਲੈ ਲੈਂਦੀ ਹੈ। ਹੁਣ ਦੇਖੋ ਪੰਜਾਬ ਦੇ ਵਿੱਚ ਸਿਰਫ ਮੁਨਾਫੇ ਦੀ ਗੱਲ ਨਾ ਕਰੀਏ, ਪਰ ਪੰਜਾਬ ਦੇ ਵਿੱਚ ਜਿਹੜੇ ਛੋਟੇ ਠੇਕੇਦਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਆਪਣਾ ਬਿਜ਼ਨਸ ਕਰਨਾ, ਉਹਨਾਂ ਨੂੰ ਕਿਵੇਂ ਖਤਮ ਕੀਤਾ ਗਿਆ ਹੈ। ਦੇਖੋ ਪਹਿਲਾਂ ਜਿਹੜੀ ਪਾਲਿਸੀ ਸੀ ਐਕਸਾਈਜ਼ ਰੂਲਸ ਐਂਡ ਐਕਟ ਹੈ, ਉਹਦੇ ਬਿਲਕੁਲ ਉਲਟ ਜਾ ਕੇ ਇਹ ਪਾਲਿਸੀ ਫਰੇਮ ਕੀਤੀ ਪਈ ਹੈ। ਇਹ ਦਿੱਲੀ 'ਚ ਸਾਬਤ ਹੋ ਗਿਆ ਤੇ ਉਹੀ ਪਾਲਿਸੀ ਪੰਜਾਬ ਦੇ ਵਿੱਚ ਹੈ। L1 ਜਿਹੜੇ ਕਿ ਠੇਕੇ ਹੁੰਦੇ ਨੇ, L1 ਠੇਕੇ ਜਿਹੜੇ ਕਿ ਪਹਿਲਾਂ ਮੇਰੇ ਖਿਆਲ ਨਾਲ 100 ਦੇ ਨੇੜੇ ਸੀ, ਉਹ ਰਿਡਿਊਸ ਕਰਕੇ ਸਿਰਫ 7 ਕਰ ਦਿੱਤੇ ਗਏ ਤੇ 80% ਜਿਹੜਾ ਠੇਕਾ ਜਿਹੜਾ ਦਿੱਤਾ ਗਿਆ ਹੈ, ਉਹ ਦਿੱਲੀ ਦੀ 2 ਕੰਪਨੀਆਂ ਨੂੰ ਦਿੱਤਾ ਗਿਆ ਜਿਹੜੀ ਦਿੱਲੀ ਦੇ ਵਿੱਚ ਸ਼ਰਾਬ ਵੇਚਦੀਆਂ ਸੀ, ਬ੍ਰਿੰਡਕੋ ਤੇ ਅਨੰਤ ਵਾਈਨਸ। ਔਰ ਜੀ ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਵੋਗੇ ਵੀ ਇੱਕ ਜਨਰਲ ਪ੍ਰਿੰਸੀਪਲ ਹੁੰਦਾ ਵੀ ਜਦੋਂ ਕੋਈ, ਚਾਹੇ ਦਲਜੀਤ ਜੀ ਬੈਠੇ ਨੇ, ਉਹ ਵੀ ਇਸ ਗੱਲ ਨਾਲ ਬਿਲਕੁਲ ਸਹਿਮਤੀ ਪ੍ਰਗਟਾਉਣਗੇ ਵੀ ਅਗਰ ਕੋਈ ਕੰਪਨੀ ਜਾਂ ਕੋਈ ਵੀ ਅਦਾਰਾ ਜਿਹੜਾ ਹੁੰਦਾ ਉਹਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ, ਤਾਂ ਉਸ ਚੀਜ਼ ਦੇ ਵਿੱਚ ਜਦ ਤੱਕ ਉਹਦੀ ਬਲੈਕ ਲਿਸਟਿੰਗ ਦੂਰ ਨਹੀਂ ਹੁੰਦੀ ਉਹ ਪਾਰਟਿਸਿਪੇਟ ਨਹੀਂ ਕਰ ਸਕਦਾ। ਜੀ ਪਰ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ, ਚਾਹੇ ਅਨੰਤ ਵਾਈਨਸ ਹੈ ਚਾਹੇ ਬ੍ਰਿਡਕੋ ਹੈ, ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੂੰ ਬਲੈਕ ਲਿਸਟ ਕੀਤਾ ਗਿਆ ਸੀ ਸਰਕਾਰ ਵੱਲੋਂ, ਉਹਨਾਂ ਨੂੰ ਹੀ ਇੱਥੇ 80% ਦਾ ਹਿੱਸਾ ਦੇ ਦਿੱਤਾ ਗਿਆ ਵੇਚਣ ਵਾਸਤੇ। ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ, ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਵੀ ਅਸੀਂ ਪੰਜਾਬ ਸਰਕਾਰ ਦੀ ਆਮਦਨ ਵਧਾਣੀ ਹੈ, ਤੇ ਜਿਹੜਾ ਰੇਟ ਆਫ ਪ੍ਰੋਫਿਟ ਹੈ, ਜਿਹੜਾ ਪ੍ਰੋਫਿਟ ਇਹ ਡਿਸਟ੍ਰੀਬਿਊਟਰਸ ਨੂੰ ਜਾਣਾ ਸੀ, ਉਹ 2% ਤੋਂ ਇਨਕਰੀਜ਼ ਕਰਕੇ ਸਿੱਧਾ 12% ਕਰ ਦਿੱਤਾ ਗਿਆ। ਹੁਣ ਜਿਹੜੀ ਅੱਗੇ ਜਿਹੜੀ ਗੱਲ ਇਹ ਕਹਿੰਦੇ ਆ ਵੀ ਇਹ ਜਿਹੜੀ ਅਸੀਂ ਪਾਲਿਸੀ ਬਣਾਈ ਗਈ ਹੈ, ਅਸੀਂ ਸਾਰੇ ਅਦਾਰਿਆਂ ਨੂੰ ਨਾਲ ਲੈ ਕੇ ਤੁਰੇ ਆ। ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਪੰਜਾਬ ਵਾਈਨਸ ਐਂਡ ਕੰਟਰੈਕਟਰ ਐਸੋਸੀਏਸ਼ਨ ਹੈ, ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਸੀ ਛੋਟੇ ਠੇਕੇਦਾਰਾਂ ਦਾ, ਜਿਹੜਾ ਕਿ L1 ਦੀ ਜਿਹੜੀ ਫੀਸ ਪਹਿਲਾਂ 25 ਲੱਖ ਹੁੰਦੀ ਸੀ, ਤਾਂ ਕਿ ਉਹ ਕੰਪੀਟ ਨਾ ਕਰ ਸਕਣ ਪੰਜਾਬ ਦੇ ਠੇਕੇਦਾਰ, ਉਹ ਵਧਾ ਕੇ 5 ਕਰੋੜ ਕਰ ਦਿੱਤੀ ਗਈ ਜੀ। ਇਹ ਮੋਟੀਆਂ ਗੱਲਾਂ ਜਿਹਦੇ ਤੋਂ ਸਾਫ਼ ਜ਼ਾਹਿਰ ਹੁੰਦਾ ਵੀ ਦੇਖੋ, ਜਦੋਂ ਇਹ ਪਾਲਿਸੀ ਲੈ ਕੇ ਆਈ ਸੀ ਤਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਤਕਰੀਬਨ 9600 ਕਰੋੜ ਇਸ ਤੋਂ ਕਮਾਵਾਂਗੇ, ਪਰ ਉਹਦੇ ਉਲਟ ਇਹ ਜਿਹੜਾ ਪੈਸਾ ਇਹ ਜੋ ਡਾਟਾ ਸਰਕਾਰ ਦੇ ਰਹੀ ਹੈ, ਜਿਹੜੀ ਕਿ ਹਲੇ ਵੀ ਆਪਣੀ ਗਲਤੀ ਨੂੰ ਨਹੀਂ ਮੰਨ ਰਹੀ, ਤਾਂ ਉਹ ਤਕਰੀਬਨ 7200 ਕਰੋੜ ਦੇ ਵਿੱਚ ਇਹ ਡਾਟਾ ਦੇ ਰਹੀ ਹੈ। ਤੇ ਉਹ ਜਿਹੜਾ ਬਾਕੀ ਪੈਸਾ ਕਲੈਕਸ਼ਨ ਦਾ ਉਹ ਕਿੱਥੇ ਗਿਆ? ਅਸੀਂ ਇਹ ਹਿਸਾਬ ਮੰਗਦੇ ਹਾਂ ਵੀ ਜੇ ਤੁਹਾਡੀ ਅਰਨਿੰਗ ਇੰਨੀ ਹੋਈ ਹੈ, ਜੇ ਤੁਸੀਂ ਕਹਿ ਰਹੇ ਹੋ ਅਸੀਂ ਪ੍ਰੋਫਿਟ ਦੇ ਵਿੱਚ ਆ, ਤੇ ਫਿਰ ਜੋ ਤੁਹਾਡਾ ਮਾਰਜਨ ਰਿਡਿਊਸ ਕਿਉਂ ਹੋਇਆ? ਇਹੀ ਦਿੱਲੀ ਦੇ ਵਿੱਚ ਜਦੋਂ ਸੀਬੀਆਈ ਨੇ ਇਨਕੁਆਇਰੀ ਕੀਤੀ ਵੀ ਉੱਥੇ ਇਹ ਚੀਜ਼ਾਂ ਅੱਗੇ ਆਈਆਂ ਵੀ 144 ਕਰੋੜ ਰੁਪਇਆ ਜਿਹੜਾ ਕਿ ਸਰਕਾਰ ਨੇ ਆਪਣੇ ਖਜ਼ਾਨੇ ਦੇ ਵਿੱਚ ਲੈ ਕੇ ਆਣਾ ਸੀ, ਉਹ ਇਸ ਠੇਕੇਦਾਰਾਂ ਨੂੰ ਬਿਨਾਂ ਕਿਸੇ ਦੀ ਅਪਰੂਵਲ ਤੋਂ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ। ਜਿਹੜੀ ਉਹਨਾਂ ਦੀ ਅਰਨੈਸਟ ਮਨੀ ਸੀ 30 ਕਰੋੜ ਦਿੱਲੀ ਦੇ ਵਿੱਚ, ਉਹ ਵਾਪਸ ਕਰ ਦਿੱਤੀ ਗਈ। ਤਾਂ ਕਿਤੇ ਨਾ ਕਿਤੇ ਜੇ ਦਿੱਲੀ ਦੇ ਵਿੱਚ ਸੀਬੀਆਈ ਇਨਕੁਆਇਰੀ ਹੋ ਰਹੀ ਹੈ, FIR ਦਰਜ ਹੋ ਰਹੀ ਹੈ, FIR ਦਰਜ ਹੋਣ ਤੋਂ ਬਾਅਦ ਜਿਹੜੇ ਉੱਥੇ ਦੇ ਡਿਪਟੀ CM ਮਨੀਸ਼ ਸਿਸੋਦੀਆ ਦਾ ਨਾਮ ਵਿੱਚ ਆ ਰਿਹਾ, ਤੇ ਉਹ ਪਾਲਿਸੀ ਪੰਜਾਬ ਦੇ ਵਿੱਚ ਕਿਵੇਂ ਕਾਰਗਰ ਹੋ ਰਹੀ ਹੈ? ਸ਼੍ਰੋਮਣੀ ਅਕਾਲੀ ਦਲ ਇਹੀ ਡਿਮਾਂਡ ਕਰ ਰਿਹਾ ਬਾਰ-ਬਾਰ ਵੀ ਪੰਜਾਬ ਦੇ ਪੈਸੇ ਦੀ ਲੁੱਟ ਜਿਹੜੀ ਹੋ ਰਹੀ ਹੈ ਉਹਨੂੰ ਰੋਕਣ ਲਈ ਸੀਬੀਆਈ ਇਨਕੁਆਇਰੀ ਮਾਫ ਕੀਤੀ ਜਾਵੇ, ਤਾਂ ਕਿ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ। ਤੇ ਆਮ ਆਦਮੀ ਪਾਰਟੀ ਪਿਛਲੇ ਕਈ ਦਿਨਾਂ ਤੋਂ ਹਰੇਕ ਡਿਬੇਟ ਦੇ ਵਿੱਚ ਮੁੱਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ, ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਜਿਹੜੀ ਲੁੱਟ, ਜਿਹੜਾ ਇਹ ਪਿਛਲੇ ਸਾਲਾਂ ਦੇ ਵਿੱਚ ਕਹਿੰਦੇ ਸੀ ਜੀ ਇਹ ਭੱਜ ਗਏ, ਇਹਨਾਂ ਕੋਲ ਜਵਾਬ ਨਹੀਂ ਹੈਗਾ, ਇਹ ਪਾਰਟੀਆਂ ਪੰਜਾਬ ਦੀ ਲੁੱਟ ਕਰ ਰਹੀ ਹੈ, ਤੇ 6 ਮਹੀਨੇ ਦੇ ਵਿੱਚ 500 ਕਰੋੜ ਦੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ, ਉਹ ਜੱਗ ਜ਼ਾਹਿਰ ਹੋਵੇ। ਬਿਲਕੁਲ, ਜੇ ਆਰੋਪ ਲੱਗ ਰਹੇ ਆ ਤਾਂ ਉਹਨਾਂ ਆਰੋਪਾਂ ਦਾ ਖੰਡਨ ਕੀਤਾ ਜਾਣਾ ਚਾਹੀਦਾ। ਜੇ ਤੁਹਾਡੇ ਕੋਲ ਤੱਥ ਨੇ ਤਾਂ ਉਹਨਾਂ ਤੱਥਾਂ ਨੂੰ ਲੈ ਕੇ TV ਡਿਬੇਟਸ 'ਤੇ ਵੀ ਬੈਠਣਾ ਚਾਹੀਦਾ, ਤੇ ਲੋਕਾਂ ਦੇ ਵਿੱਚ ਵੀ ਮੈਨੂੰ ਲੱਗਦਾ ਜਨਤਕ ਕਰ ਦੇਣੀਆਂ ਚਾਹੀਦੀਆਂ ਫਾਈਲਸ ਕਿ ਜੀ ਇਹ ਸਾਡੀਆਂ ਰਿਪੋਰਟਸ ਨੇ, ਇੰਨਾ ਅਸੀਂ ਮਾਲੀਆ ਇਕੱਠਾ ਕੀਤਾ ਤੇ ਇੰਨਾ ਸਾਨੂੰ ਲਾਭ ਮਿਲਿਆ ਤੇ ਇੰਨਾ ਨੁਕਸਾਨ ਹੋਇਆ। ਜੇ ਅਸੀਂ ਕਿਸੇ ਵੀ ਪਾਲਿਸੀ ਦੀ ਗੱਲ ਕਰਦੇ ਹਾਂ ਤਾਂ ਇੱਕ ਤੁਹਾਡੀ ਗੱਲ ਦੇ ਵਿੱਚ ਗੱਲ ਇੱਕ ਨਿਕਲੀ ਸੀ ਕਿ ਪੰਜਾਬ ਦਾ ਮਾਲੀਆ ਕਿਵੇਂ ਵਧਾਉਣਾ ਹੈ, ਇਹਦੇ ਲਈ ਵੱਡੀਆਂ ਕੰਪਨੀਆਂ ਨੂੰ ਕੰਟਰੈਕਟ ਤਾਂ ਦਿੱਤੇ ਗਏ, ਪਰ ਪੰਜਾਬ ਦੇ ਛੋਟੇ ਬਿਜ਼ਨਸਮੈਨ ਹੈ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ, ਛੋਟੇ ਜਿਹੜੇ ਇੰਡਸਟਰੀਅਲਿਸਟ ਹੈਗੇ ਆ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ। ਟੀਨਾ ਜੀ, ਕਾਂਗਰਸ ਵੀ ਕਿਤੇ ਨਾ ਕਿਤੇ ਇਸ ਐਕਸਾਈਜ਼ ਪਾਲਿਸੀ ਦੇ ਵਿਰੋਧ ਦੇ ਵਿੱਚ ਖੜੀ ਮਿਲ ਰਹੀ ਹੈ। ਰਾਜਾ ਵੜਿੰਗ ਜੀ ਹਰ ਦਿਨ ਕੋਈ ਨਾ ਕੋਈ ਬਿਆਨ ਇਹਦੇ ਖਿਲਾਫ ਦਿੰਦੇ ਆ, ਹਾਲਾਂਕਿ ਕਈ ਪਾਲਿਸੀਜ਼ ਦੇ ਖਿਲਾਫ ਉਹ ਵਿਰੋਧ ਦੇ ਵਿੱਚ ਬੋਲਦੇ ਆ, ਪਰ ਐਕਸਾਈਜ਼ ਪਾਲਿਸੀ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਐਕਸਾਈਜ਼ ਪਾਲਿਸੀ ਕਾਂਗਰਸ ਦੇ ਹਿਸਾਬ ਨਾਲ ਕਿਵੇਂ ਮਾੜੀ ਹੈ, ਪੰਜਾਬ ਦੇ ਆਮ ਲੋਕਾਂ ਤੇ ਉਹਦਾ ਕਿਵੇਂ ਅਸਰ ਪੈਂਦਾ? ਮੈਮ ਤੁਹਾਡੀ ਆਵਾਜ਼ ਨਹੀਂ ਸੁਣ ਪਾ ਰਹੀ ਹੈ। आवाज आ रही है? जी आ रही है, बिल्कुल।
ਸਭ ਤੋਂ ਪਹਿਲੇ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਅੱਜ ਦੀ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਬਹੁਤ ਸਾਰੇ ਐਸੇ ਕੁਐਸਚਨ ਸੀਗੇ ਜਿਹੜੇ ਜੀ ਅੱਜ ਸਾਨੂੰ ਉਹਨਾਂ ਕੋਲੋਂ ਚਾਹੀਦੇ ਸੀਗੇ, ਬਟ ਆਈ ਥਿੰਕ ਇਹਨਾਂ ਸਾਰੇ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ। ਸੋ ਬਹੁਤ ਸਾਰੀਆਂ ਕੁਐਸਚਨ ਜਿਹੜੇ ਬਾਕੀ ਪਾਰਟੀ ਓਪੋਜੀਸ਼ਨ ਕਰ ਰਹੀ ਹੈ, ਬੜੇ ਐਗਜ਼ੈਕਟ ਤਰੀਕੇ ਦੇ ਨਾਲ ਓਪੋਜੀਸ਼ਨ ਕਰ ਰਹੀ ਹੈ, ਬਟ ਅੱਜ ਉਹ ਸ਼ਾਮਿਲ ਨਹੀਂ ਹੋਏ, ਦੈਟਸ ਓਕੇ। ਅੱਗੇ ਦੀ ਗੱਲ ਜੀ ਕਰਾਂਗੇ। ਅਸੀਂ ਸਾਡੀ ਪਾਰਟੀ ਦੇ ਵਿੱਚ ਅਸੀਂ ਸਿਰਫ ਮੁੱਦੇ ਨਹੀਂ ਉਠਾ ਰਹੇ, ਸਿਰਫ ਇਨਫੈਕਟ ਅਸੀਂ ਰੀਸੈਂਟਲੀ ਸਾਡੀ ਸੀਨੀਅਰ ਲੀਡਰਸ਼ਿਪ ਇੰਕਲੂਡਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਪ੍ਰਤਾਪ ਬਾਜਵਾ ਜੀ, ਡਾਕਟਰ ਰਾਜਕੁਮਾਰ ਚੱਬੇਵਾਲ ਜੀ, ਸਾਰੀ ਸੀਨੀਅਰ ਲੀਡਰਸ਼ਿਪ ਉੱਥੇ ਪਹੁੰਚ ਕੇ, ਰੰਧਾਵਾ ਸਰ ਪਹੁੰਚ ਕੇ ਉੱਥੇ ਅਸੀਂ ਗਵਰਨਰ ਸਾਹਿਬ ਨੂੰ ਰਿਟਨ ਦੇ ਵਿੱਚ ਸੀਬੀਆਈ ਔਰ NIA ਦੀ ਇਨਵੈਸਟੀਗੇਸ਼ਨ ਵਾਸਤੇ ਮੰਗ ਕਰਕੇ ਆਏ ਆ, ਜਿਹਦੇ ਵਿੱਚ ਮਾਈਨਿੰਗ ਪਾਲਿਸੀ ਔਰ ਐਕਸਾਈਜ਼ ਪਾਲਿਸੀ ਦੇ ਉੱਤੇ ਇਹ ਜਾਂਚ ਕਰਨ ਵਾਸਤੇ ਅਸੀਂ ਰਿਕੁਐਸਟ ਆਪਣੀ ਸਬਮਿਟ ਕਰਵਾਈ ਹੈ ਗਵਰਨਰ ਸਾਹਿਬ ਨੂੰ। ਜੀ ਸੋ ਹੋਪਫੁਲੀ ਇਹ ਤੇ ਬਹੁਤ ਜਲਦੀ ਰਿਜ਼ਲਟ ਨਿਕਲੇਗਾ। ਹੋਪਫੁਲੀ ਸੈਂਟਰ ਸਰਕਾਰ ਇਹਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਲੈਣ ਦੀ ਵੀ ਕੋਸ਼ਿਸ਼ ਕਰੇਗੀ। ਏਜੰਸੀਜ਼ ਇਹਨਾਂ ਨੂੰ ਬਹੁਤ ਹੀ ਚੰਗੇ ਢੰਗ ਦੇ ਨਾਲ ਇਹ ਐਕਸ਼ਨ ਲਏਗੀ। ਪਹਿਲੀ ਪਾਲਿਸੀ ਸੀ ਮਾਈਨਿੰਗ ਤੇ, ਉਹਦੇ ਵਿੱਚ ਜੀ ਹਾਈ ਕੋਰਟ ਨੇ ਬਹੁਤ ਹੀ ਚੰਗੇ ਢੰਗ ਦੇ ਨਾਲ ਇਹਨਾਂ ਦੀ ਕਹਿ ਲਓ ਕਿ ਜਿਹੜੇ ਮਾਈਨਿੰਗ ਦੇ ਮਿਨਿਸਟਰ ਹੈਗੇ ਹਰਜੋਤ ਬੈਂਸ ਜੀ, ਇਹਨਾਂ ਕੋਲ ਕੁਐਸਚਨ ਪੁੱਛੇ ਆ, ਉਹਨਾਂ ਦਾ ਕੋਈ ਜਵਾਬ ਨਹੀਂ ਸੀ ਦੇ ਪਾਏ। ਸੋ ਉਹਨਾਂ ਨੇ ਵੀ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਦੀ ਕਲਾਸ ਲਗਾ ਕੇ ਤੇ ਅੱਜ ਮਾਈਨਿੰਗ ਨੂੰ ਬਾਰਡਰ ਏਰੀਆਜ਼ ਦੇ ਵਿੱਚ ਬੈਨ ਕੀਤਾ ਗਿਆ, ਜਿਹਦੇ ਵਿੱਚ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ। ਹੁਣ ਗੱਲ ਕੀਤੀ ਜਾਏ ਐਕਸਾਈਜ਼ ਪਾਲਿਸੀ ਦੀ, ਐਕਸਾਈਜ਼ ਪਾਲਿਸੀ ਤੇ ਆਲਰੇਡੀ ਇਹਨਾਂ ਦੀ ਜਿਹੜੀ ਮੇਨ ਜਿਹੜੀ ਉੱਥੇ ਲੀਡਰਸ਼ਿਪ ਹੈਗੀ ਇਹਨਾਂ ਦੇ ਅਰਵਿੰਦ ਕੇਜਰੀਵਾਲ ਜੀ ਔਰ ਐਜੂਕੇਸ਼ਨ ਮਿਨਿਸਟਰ ਮਨੀਸ਼ ਸਿਸੋਦੀਆ ਜੀ। ਪਹਿਲੀ ਗੱਲ, ਸਭ ਤੋਂ ਵੱਡਾ ਕੁਐਸਚਨ ਰੇਜ਼ ਹੁੰਦਾ, ਇੱਕ ਐਜੂਕੇਸ਼ਨ ਮਿਨਿਸਟਰ ਨੂੰ ਇੱਕ ਐਕਸਾਈਜ਼ ਦੇ ਵਿੱਚ ਜਾਂ ਫਿਰ ਲਿਕਰ ਦੇ ਵਿੱਚ ਉਹਨੂੰ ਇੱਕ ਡਿਪਾਰਟਮੈਂਟ ਕਿੱਦਾਂ ਦਿੱਤਾ ਜਾ ਸਕਦਾ? ਕਿਆ ਜੀ ਐਜੂਕੇਸ਼ਨ ਔਰ ਲਿਕਰ ਕੋਈ ਮੈਚ ਹੈਗਾ? ਇਹਨਾਂ ਦੋਨਾਂ ਦਾ ਕੋਈ ਮੈਚ ਹੀ ਨਹੀਂ ਹੈਗਾ। ਐਜੂਕੇਸ਼ਨ ਕਿਸੇ ਹੋਰ ਢੰਗ ਨਾਲ ਦਿੱਤੀ ਜਾਂਦੀ ਹੈ ਔਰ ਲਿਕਰ ਪਾਲਿਸੀ ਨੂੰ ਕਿਸੇ ਹੋਰ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਂਦਾ। ਔਰ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਜੀ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ, ਜਿਹਦੇ ਵਿੱਚ ਜਿਹੜੀਆਂ ਉਹਨਾਂ ਨੇ ਦੋ ਪ੍ਰਾਈਵੇਟ ਕੰਪਨੀ ਜਾਂ ਦੋ ਕੰਟਰੈਕਟਰਸ, ਜਿਹਦੇ ਵਿੱਚ ਬ੍ਰਿੰਡਕੋ ਤੇ ਇੰਡੋਸਪਿਰਿਟ ਕੰਪਨੀ ਹੈਗੀ ਹੈ, ਇਹ ਦੋਨੋਂ ਹੀ CBI ਦੀ ਅਕਿਊਜ਼ਡ ਕੰਟਰੈਕਟਰਸ ਨੇ, ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਦੁਬਾਰਾ ਤੋਂ ਉਹ ਸਾਰਾ ਦਾ ਸਾਰਾ 80% ਜਿਹੜਾ ਹੈਗਾ ਟੈਂਡਰ ਜਿਹੜਾ ਉਹਨਾਂ ਦੇ ਹਵਾਲੇ ਕਰਨ ਦੀ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਔਰ ਜੀ ਇਨਫੈਕਟ ਉਹ ਹਾਇਰ ਵੀ ਕਰ ਲਏ ਗਏ ਨੇ। ਸੋ ਇੱਥੋਂ ਕੀ ਸਾਬਿਤ ਹੁੰਦਾ? ਇਹ ਦਿੱਲੀ ਦੀ ਪਾਲਿਸੀ ਜੋ ਉੱਥੇ ਇਹਨਾਂ ਨੇ ਜਿਸ ਤਰ੍ਹਾਂ ਬਹੁਤ ਹੀ ਵਧੀਆ ਢੰਗ ਨਾਲ ਪਰਮਵੀਰ ਸਿੰਘ ਜੀ ਨੇ ਦੱਸਿਆ, ਉਹੀ ਚੀਜ਼ ਮੈਂ ਦੁਬਾਰਾ ਤੋਂ ਰਿਪੀਟ ਨਹੀਂ ਕਰਨਾ ਚਾਹੁੰਦੀ, ਬੜਾ ਅੱਛਾ ਐਲੈਬੋਰੇਟ ਕੀਤਾ। ਇਸੇ ਤਰ੍ਹਾਂ ਦੇ ਨਾਲ ਮੈਂ ਵੀ ਇਹੀ ਕਹਾਂਗੀ ਕਿ ਉਹ ਸੇਮ ਪਾਲਿਸੀ ਅੱਜ ਇੱਥੇ ਪੰਜਾਬ ਦੇ ਵਿੱਚ ਵੀ ਉਹ ਕਰਨਾ ਚਾਹੁੰਦੇ ਨੇ, ਜਿਹਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਵਿੱਚ ਛੋਟੇ ਕੰਟਰੈਕਟਰਸ ਦਾ ਤੇ ਨਾਮੋ ਨਿਸ਼ਾਨ ਹੀ ਖਤਮ ਹੋ ਜਾਏਗਾ। ਔਰ ਅਗਰ ਐਦਾਂ ਦੀਆਂ ਪਾਲਿਸੀਜ਼ ਅੱਗੇ ਆਉਣਗੀਆਂ, ਪੰਜਾਬ ਦੇ ਵਿੱਚ 5% ਤੋਂ ਪ੍ਰੋਫਿਟ ਲੈ ਕੇ ਹੁਣ 10% ਦਾ ਮਾਰਜਨ ਵਧਾ ਦਿੱਤਾ ਗਿਆ। ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਕੀ ਰੀਜ਼ਨ ਹੈ? ਕਿ ਕਿਉਂਕਿ ਵੈਂਡਰ ਪਾਲਿਸੀ ਤੇ ਉਹੀ ਹੈ ਕਿ ਹੋਲਸੇਲਰ ਨੇ ਰਿਟੇਲਰ ਨੂੰ ਸਮਾਨ ਦੇਣਾ। ਇਹਦੇ ਵਿੱਚ ਐਸੇ ਕਿਹੜੇ ਖਰਚੇ ਵੱਧ ਗਏ ਜਿਨ੍ਹਾਂ ਨਾਲ ਕੀ ਇਹਨਾਂ ਨੇ ਪ੍ਰੋਫਿਟ ਜਿਹੜਾ 5 ਤੋਂ 10% ਕਰ ਦਿੱਤਾ? ਔਰ ਜੀ ਦੂਸਰੀ ਗੱਲ, ਕਿਆ ਇਹਨਾਂ ਦੀਆਂ ਜਿਹੜੀਆਂ ਟਰਾਂਸਪੋਰਟੇਸ਼ਨ ਹੈਗੀ, ਕਿਆ ਉਹਦੇ ਵਿੱਚ ਤਬਦੀਲੀ ਆਈ ਹੈ? ਕਿਆ ਹੁਣ ਰੋਡ ਟਰਾਂਸਪੋਰਟੇਸ਼ਨ ਦੀ ਜਗ੍ਹਾ ਕਿਆ ਹੁਣ ਬਾਏ 에ਅਰ ਟਰਾਂਸਪੋਰਟੇਸ਼ਨ ਦੇਣਗੇ, ਜਿਹੜੀ ਇਹਨਾਂ ਨੇ 10% ਪ੍ਰੋਫਿਟ ਵਧਾ ਦਿੱਤਾ? ਜਦ ਖਰਚਿਆਂ 'ਚ ਕੋਈ ਵਾਧਾ ਨਹੀਂ ਹੋਇਆ ਤੇ ਪ੍ਰੋਫਿਟ 'ਚ ਵਾਧਾ ਕਿਉਂ ਕੀਤਾ ਗਿਆ? ਦਿਸ ਜੀ ਇਜ਼ ਦ ਬਿਲਕੁਲ, ਮੇਨ ਇਹ ਸਾਰੇ ਕੁਐਸਚਨ। ਸਵਾਲ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਪੁੱਛਾਂਗੇ ਤੇ ਇਹ ਪੁੱਛੇ ਜੀ ਜਾਣੇ ਚਾਹੀਦੇ ਆ, ਪੂਰੇ ਪੰਜਾਬ ਵੱਲੋਂ ਪੁੱਛੇ ਜਾਣੇ ਚਾਹੀਦੇ ਆ। ਤੇ ਅਸ਼ੋਕ ਸਰੀਨ ਜੀ, ਤੁਹਾਡੀ ਪਾਰਟੀ ਦਿੱਲੀ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਦਾ ਵਿਰੋਧ ਕਰਦੀ ਨਜ਼ਰ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਵੀ ਇਸੇ ਐਕਸਾਈਜ਼ ਪਾਲਿਸੀ ਦੀ ਆਪਾਂ ਗੱਲ ਕਰਦੇ ਹਾਂ। ਦੋ ਜਿਹੜੇ ਮੇਨ ਪੁਆਇੰਟਸ ਤਾਂ ਆ ਗਏ ਹੈ ਕਿ ਜੀ ਇੱਕ ਤਾਂ ਪੰਜਾਬ ਦੇ ਮਾਲੀਏ 'ਚ ਨੁਕਸਾਨ ਪਹੁੰਚ ਰਿਹਾ, ਪੰਜਾਬ ਦਾ ਪੈਸਾ ਜਿਹੜਾ ਉਹਦੇ ਤੇ ਡਾਕਾ ਵੱਜ ਰਿਹਾ, ਇਹ ਗੱਲ ਰੱਖੀ ਹੈ ਪਰਮਵੀਰ ਜੀ ਨੇ। ਤੇ ਨਾਲ ਹੀ ਦੂਜੀ ਗੱਲ ਜਿਹੜੀ ਹੈ ਉਹ ਕਾਮਨ ਗੱਲ ਰਹੀ ਹੈ ਕਿ ਪੰਜਾਬ ਦੇ ਜਿਹੜੇ ਇੰਡਸਟਰੀਲਿਸਟ ਹੈ, ਛੋਟੇ ਇੰਡਸਟਰੀਲਿਸਟ ਹੈ, ਬਿਜ਼ਨਸਮੈਨ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਖੁੱਡੇ ਲਾਈਨ ਲਗਾਇਆ ਜਾ ਰਿਹਾ, ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਤੇ ਵੱਡੇ ਜਿਹੜੇ ਬਿਜ਼ਨਸ ਘਰਾਣੇ ਆ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ। ਇਹ ਗੱਲ ਇਹਨਾਂ ਨੇ ਰੱਖੀ। ਇਹ ਤੋਂ ਇਲਾਵਾ ਕਿਹੜੀ ਗੱਲ ਹੈ ਜਿਹਦੇ ਕਰਕੇ ਇਸ ਐਕਸਾਈਜ਼ ਪਾਲਿਸੀ ਦਾ ਵਿਰੋਧ ਕੀਤਾ ਜਾਣਾ ਚਾਹੀਦਾ? ਦੇਖੋ ਅਮਨਦੀਪ ਜੀ, ਆਮ ਆਦਮੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਪਹਿਲਾਂ ਦਿੱਲੀ 'ਚ ਹੀ ਵਿਰੋਧ ਨਹੀਂ ਕਰ ਰਹੀ ਸੀ। ਅਸੀਂ ਜੀ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ, ਨਾਮ ਆਮ ਆਦਮੀ ਦੇ ਆਏ ਆ ਪਰ ਇਹ ਪੂੰਜੀਪਤੀਆਂ ਦੀ ਔਰ ਭ੍ਰਸ਼ਟ ਸਰਕਾਰ ਹੈ। ਇਹ ਕੱਟੜ ਇਮਾਨਦਾਰ ਦੱਸਣ ਵਾਲੇ ਅੱਜ ਕੱਟੜ ਭ੍ਰਸ਼ਟਾਚਾਰੀ ਹੈ। ਇਹ ਪਾਠਸ਼ਾਲਾ ਦੀ ਗੱਲ ਕਰਦੇ ਸੀ, ਪਾਠਸ਼ਾਲਾ ਦੇ ਵਿੱਚ ਵੀ ਘੁਟਾਲਾ ਕਰ ਲਾ,
ਕਰਤਾ, ਮਧੂਸ਼ਾਲਾ 'ਚ ਵੀ ਘੁਟਾਲਾ ਕਰਤਾ, ਗਲੀ ਗਲੀ ਪੜ੍ਹਾਈ ਦੀ ਗੱਲ ਕਰਦੇ ਸੀ, ਦਵਾਈ ਵੀ ਨਹੀਂ ਮਿਲ ਰਹੀ ਔਰ ਸ਼ਰਾਬ ਗਲੀ ਗਲੀ ਵਿਕ ਰਹੀ ਹੈ। ਮੈਂ ਪੁਰਾਣੇ ਪ੍ਰਵਕਤਾਵਾਂ ਨੇ ਸਾਰੀ ਆਪਣੀ ਗੱਲ ਕਹੀ, ਬਹੁਤ ਵਧੀਆ ਜੀ ਅਮਨਦੀਪ ਜੀ। ਜਿਹੜੀ ਇਹਦੇ 'ਚ ਮੇਨ ਗੱਲ ਸੀ ਕਿ ਜਿਹੜਾ ਵਾਈਨ ਦਾ ਮੈਨੂਫੈਕਚਰਰ ਹੈ, ਜਿਹਦੀ ਡਿਸਟਿਲਰੀ ਹੈ, ਉਹ ਹੋਲਸੇਲਰ ਨਹੀਂ ਬਣ ਸਕਦਾ, ਜੀ ਤੇ ਜਿਹੜਾ ਹੋਲਸੇਲਰ ਹੈ ਉਹ ਰਿਟੇਲਰ ਨਹੀਂ ਬਣ ਸਕਦਾ। ਜੀ ਇੱਥੇ ਇਹਨਾਂ ਨੇ ਦੀਪ ਮਲਹੋਤਰਾ ਗਰੁੱਪ ਹੈ, ਉਹਦੀ ਫਿਰੋਜ਼ਪੁਰ ਡਿਸਟਿਲਰੀ ਹੈ, ਜੀ ਉਹ ਮੈਨੂਫੈਕਚਰਰ ਵੀ ਹੈ, ਉਹ ਜੀ। ਹੋਲਸੇਲਰ ਵੀ ਹੈ, ਉਹ ਰਿਟੇਲਰ ਵੀ ਬਣ ਗਿਆ। ਓਕੇ ਔਰ ਇਹਦੇ ਵਿੱਚ ਇੱਕ ਇਹ ਪ੍ਰੋਵੀਜ਼ਨ ਸੀਗੀ ਕਿ ਜਿਹੜੀ ਸਿਸਟਰ ਕੰਸਰਨ ਫਰਮ ਹੋਏਗੀ ਜਿਹਦੀ, ਉਹ ਇੱਕ ਤੋਂ ਵੱਧ ਗਰੁੱਪ ਨਹੀਂ ਲੈ ਸਕਦੇ। ਜੀ ਔਰ ਇੱਥੇ ਮੋਨੋਪੋਲੀ ਬਣਾਤੀ ਉਹਨਾਂ ਨੇ। 60% ਗਰੁੱਪ ਜਿਹੜੇ ਆਪਣੇ ਦੀਪ ਮਲਹੋਤਰਾ ਦੇ ਕੋਲ ਚਲੇ ਗਏ ਔਰ ਸ਼ਿਵਲਾਲ ਡੋਡਾ, ਮਤਲਬ ਗਰੁੱਪਿਜ਼ਮ ਪੈਦਾ ਕਰ ਦਿੱਤਾ। ਜੀ, ਛੋਟੇ ਜੀ। 75,000 ਦੇ ਕਰੀਬ ਜਿਹੜੇ ਲੋਕ ਸੀਗੇ ਉਹ ਬੇਰੋਜ਼ਗਾਰ ਹੋ ਗਏ ਇਹਨਾਂ ਦੇ ਕਰਕੇ। ਇਹਨਾਂ ਨੇ ਜੀ। ਐਕਸਾਈਜ਼ ਪਾਲਿਸੀ, ਰੈਵਨਿਊ ਕੋਈ ਨਹੀਂ ਵਧਿਆ। ਜਿੱਦਾਂ ਦਿੱਲੀ 'ਚ ਕਹਿੰਦੇ ਸੀਗੇ ਕਿ ਅਸੀਂ ਰੈਵਨਿਊ ਵਧਾਇਆ ਜੀ, ਜਦੋਂ 10,000 ਕਰੋੜ ਦੀ ਸਰਕਾਰੀ ਠੇਕੇ ਦੇ ਅਨੁਸਾਰ ਸ਼ਰਾਬ ਵਿਕਦੀ ਸੀ ਤਾਂ 3500 ਕਰੋੜ ਐਕਸਾਈਜ਼ ਆਇਆ। ਜਦੋਂ ਨਵੀਂ ਪਾਲਿਸੀ ਨਾਲ 10,000 ਕਰੋੜ ਦੀ ਵਿਕੀ ਤਾਂ 300 ਕਰੋੜ ਰੁਪਇਆ। ਜੀ ਕਹਿਣ ਤੋਂ ਭਾਵ ਇਹ ਹੈ ਕਿ ਸ਼ਰਾਬ ਜ਼ਿਆਦਾ ਵਿਕੀ, ਟੈਕਸ ਘਟ ਗਿਆ। ਪਹਿਲਾਂ ਸ਼ਰਾਬ ਘੱਟ ਵਿਕਦੀ ਸੀ, ਟੈਕਸ ਜ਼ਿਆਦਾ। ਰੈਵਨਿਊ ਜਨਰੇਟ ਕਰਨਾ ਨਾ, ਜੀ ਰੈਵਨਿਊ ਜਨਰੇਟ ਕਰਨ ਦੇ ਵਿੱਚ ਤਾਂ ਨੁਕਸਾਨ ਵੱਲ ਚਲ ਗਏ। ਬਾਕੀ ਜਿਹੜੀ ਇਹ ਪੰਜਾਬ ਦੇ ਅੰਦਰ ਗੱਲ ਕਰ ਰਿਹਾ ਹੈ, ਇਹਨਾਂ ਨੇ ਪੂਰਨ ਰੂਪ ਦੇ ਵਿੱਚ ਭ੍ਰਸ਼ਟਾਚਾਰ ਕੀਤਾ, ਇਸ ਲਈ ਜਵਾਬ ਦੇਣ ਨਹੀਂ ਆ ਰਹੇ। ਕੇਵਲ ਅੱਜ ਹੀ ਨਹੀਂ ਆ ਰਹੇ ਅਮਨਦੀਪ ਜੀ, ਇਹ ਪਰਸੋਂ ਤੋਂ ਚੌਥ ਤੋਂ ਲਗਾਤਾਰ ਕਿਸੇ ਡਿਬੇਟ ਦੇ ਉੱਤੇ, ਵਾਈਨ ਦੀ ਐਕਸਾਈਜ਼ ਪਾਲਿਸੀ ਦੇ ਉੱਤੇ, ਇਹ ਆਮ ਆਦਮੀ ਪਾਰਟੀ ਜਵਾਬ ਦੇਣ ਤੋਂ ਭੱਜਦੀ ਜਾ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਅਮਨਦੀਪ ਜੀ, ਅਸੀਂ ਪੰਜਾਬੀ ਹੈ, ਕਾਂਗਰਸ ਦੇ ਪ੍ਰਵਕਤਾ ਬੈਠੇ ਹੈ, ਸਿਆਸੀ ਸਲਾਹਕਾਰ ਬੈਠੇ ਆ, ਸ਼੍ਰੋਮਣੀ ਅਕਾਲੀ ਦਲ ਦੇ ਬੈਠੇ, ਮੀਡੀਆ ਤੋਂ ਤੁਸੀਂ ਬੈਠੇ ਹੋ, ਅਸੀਂ ਸਾਰੇ ਲੋਕ ਪੰਜਾਬ ਹਿੱਤ ਦੀ ਪਹਿਲਾਂ ਗੱਲ ਕਰਾਂਗੇ। ਇਹ ਦੀਪ ਮਲਹੋਤਰੇ ਦੀ ਜਿਹੜੀ ਜੀਰੇ ਦੇ ਵਿੱਚ ਡਿਸਟਿਲਰੀ ਹੈ, ਜਿਹਦੇ ਕਰਕੇ 600 ਫੁੱਟ ਡੂੰਘਾ ਪਾਣੀ ਜ਼ਹਿਰੀਲਾ ਹੋ ਗਿਆ ਹੈ, ਉਹਦੇ ਨਾਲ ਕੈਂਸਰ ਵੀ ਫੈਲ ਰਿਹਾ ਹੈ, ਜਾਨਵਰਾਂ 'ਚ ਬਿਮਾਰੀ ਆ ਗਈ, ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਪ੍ਰੋਟੈਸਟ ਕਰ ਰਿਹਾ ਹੈ। ਇਹ ਸਰਕਾਰ ਉਹਦੀ ਫੈਕਟਰੀ ਚਲਾਉਣ ਦੇ ਵੱਲ ਤੁਰ ਪਈ। ਰੈਵਨਿਊ ਵਧਾਓ ਪਰ ਜਨਤਾ ਦਾ ਗਲਾ ਘੋਟ ਕੇ, ਜਨਤਾ ਦੀਆਂ ਲਾਸ਼ਾਂ ਵਸਾ ਕੇ ਪੰਜਾਬ ਨਹੀਂ ਬਚ ਸਕਦਾ। ਜੀ ਅਸੀਂ ਇਹ ਕਹਿਣੇ ਆ ਕਿ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਦੀ ਨੰਬਰ 1 ਪਾਰਟੀ ਹੈ। ਔਰ ਇਹਨਾਂ ਨੇ ਜਿਹੜੇ ਠੇਕੇਦਾਰ ਵੀ ਦਿੱਤੇ, ਮੇਰੇ ਤੋਂ ਪਹਿਲਾਂ ਪਰਮਵੀਰ ਜੀ ਨੇ ਬਹੁਤ ਵਧੀਆ ਦੱਸਿਆ, ਬਲੈਕ ਲਿਸਟਡ ਠੇਕੇਦਾਰਾਂ ਨੂੰ ਠੇਕੇ ਦੇਤੇ। ਔਰ ਉਹ ਲੋਕ ਜਿਹੜੇ ਦਿੱਲੀ 'ਚ ਵੀ, ਮੈਂ ਰਿਪੀਟ ਤਾਂ ਕਰ ਰਿਹਾ ਕਿ ਦਿੱਲੀ 'ਚ ਬੀਜੇਪੀ ਪਹਿਲਾਂ ਹੀ ਕਹਿ ਚੁੱਕੀ ਹੈ ਇਹ ਭ੍ਰਸ਼ਟਾਚਾਰ ਕਰ ਰਿਹਾ। ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਥੈਲੇ 'ਚੋਂ ਬਿੱਲੀ ਬਾਹਰ ਆ ਗਈ। ਇਹਨਾਂ ਦਾ ਅਸਲੀ ਚਿਹਰਾ ਬੇਨਕਾਬ ਹੁੰਦਾ ਜਾ ਰਿਹਾ। ਅੱਜ ਇਹਨਾਂ ਦੀਆਂ ਸਾਰੀਆਂ ਪਾਲਿਸੀਆਂ ਫੇਲ ਹੋ ਗਈਆਂ। ਜੀ ਕਿਸੇ ਵੀ ਪਾਲਿਸੀ ਦੀ ਗੱਲ ਕਰ ਲਓ, ਪੰਜਾਬ 'ਚ ਅੱਜ ਲਾਅ ਐਂਡ ਆਰਡਰ ਫੇਲ ਹੈ। ਅੱਜ ਵਪਾਰੀ ਪੰਜਾਬ ਛੱਡ ਕੇ ਯੂਪੀ, ਹਰਿਆਣੇ, ਹਿਮਾਚਲ ਜਾ ਰਿਹਾ। ਪੰਜਾਬ ਦੇ ਅੰਦਰ ਮਾਈਨਿੰਗ ਦੀ ਪਾਲਿਸੀ ਸੀਗੀ, ਅੱਜ ਮਾਈਨਿੰਗ ਜਿਹੜੀ 2000 ਦੀ ਰੇਤੇ ਦੀ ਟਰਾਲੀ ਸੀ, ਉਹ ਅੱਜ 5000 ਦੀ, ਉਹ ਵੀ ਨਹੀਂ ਮਿਲ ਰਹੀ। ਔਰ ਇਹਨਾਂ ਦੇ ਜਿਹੜੇ ਮੰਤਰੀ ਹੈ, ਉਹਦੇ ਹਲਕੇ 'ਚ ਮਾਈਨਿੰਗ ਹੋ ਰਹੀ ਹੈ। ਅੱਜ ਪੰਜਾਬ ਦੇ ਵਿੱਚ ਕਿਹੜਾ ਪਾਸਾ, ਸਸਤੀ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ, 10 ਰੁਪਏ ਯੂਨਿਟ ਨਾਲ ਬਿੱਲ ਆ ਗਏ ਜੀ ਲੋਕਾਂ ਦੇ। ਅੱਜ ਵਪਾਰੀ ਪਰੇਸ਼ਾਨ ਹੈ, ਸ਼ਹਿਰੀ ਪਰੇਸ਼ਾਨ ਹੈ, ਨੌਜਵਾਨ। ਸਭ ਤੋਂ ਵੱਡਾ ਅਮਨਦੀਪ ਜੀ, ਪੰਜਾਬ ਨੂੰ ਇੱਕ ਬੱਟਾ ਲਾਇਆ ਸੀ ਇਹਨਾਂ ਨੇ ਕਿ ਪੰਜਾਬ 'ਚ ਨਸ਼ਾ ਹੈ ਜੀ, ਉੜਤਾ ਪੰਜਾਬ ਹੈ ਜੀ। ਇਹ ਕਾਂਗਰਸ ਵਾਲੇ ਵੀ ਨਾਲ ਹੀ ਸੀਗੇ, ਇਹਨਾਂ ਦੇ ਰਾਜ 'ਚ ਵੀ ਕਾਫੀ ਨਸ਼ਾ ਰਿਹਾ। ਅੱਜ ਪੰਜਾਬ ਦੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਲੋਕ ਮਰ ਰਹੇ ਹੈ, ਨਸ਼ੇ ਦੀ ਕਿੱਲਤ ਨਾਲ ਨਹੀਂ ਮਰ ਰਹੇ। ਇੱਕ ਹੋਰ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਸਾਰੇ ਸਰੋਤਾਂ ਨੂੰ ਇੱਥੇ ਵੀ ਜ਼ੋਰ ਦੇਣਾ ਚਾਹੀਦਾ, ਇਹਨਾਂ ਨੇ ਗਰੁੱਪਿਜ਼ਮ ਕੀਤਾ ਜੀ, ਜ਼ੋਨ ਵੰਡਿਆ। ਇੱਕ ਗਰੁੱਪ ਦੇ ਵਿੱਚ 2 ਕਿਲੋਮੀਟਰ ਦਾ ਗਰੁੱਪ ਹੈ, ਉਹਦੇ 'ਚ 18 ਤੋਂ 20 ਦੁਕਾਨਾਂ ਖੁੱਲਣ ਦੀ ਪ੍ਰੋਵੀਜ਼ਨ ਦੇਤੀ ਲਾਇਸੈਂਸ ਫੀਸ ਤੇ ਉਹਦੇ ਨਾਲ ਉਹਨਾਂ ਨੂੰ ਐਡੀਸ਼ਨ ਕਰਤਾ ਕਿ 10 ਛੋਟੀਆਂ ਸ਼ਾਪਸ, ਮਿੰਨੀ ਸ਼ਾਪਸ ਵੀ ਖੋਲ ਸਕਦੇ ਆ। ਕਹਿਣ ਤੋਂ ਮੇਰਾ ਇਹ ਭਾਵ ਹੈ 2 ਕਿਲੋਮੀਟਰ ਦੇ ਏਰੀਆ 'ਚ 30 ਸ਼ਰਾਬ ਦੇ ਠੇਕੇ ਖੋਲ ਲੈਣ। ਜਿਹੜੇ 20 ਠੇਕੇ ਹੈ ਉਹ ਤਾਂ 28 ਕਰੋੜ ਦੇ ਹੈ, ਉਹ ਜਿਹੜੀਆਂ 10 ਦੁਕਾਨਾਂ ਨਾਲ ਖੁੱਲਣੀਆਂ ਉਹ 10 ਲੱਖ ਦੀਆਂ। ਜੀ ਕੰਮ ਤਾਂ ਸ਼ਰਾਬ ਵਪਾਰੀਆਂ ਦੇ ਲਈ ਕਰ ਦਿੱਤਾ, ਉਹ ਵੀ ਵਪਾਰੀ ਜਿਹੜੇ ਆਪ ਲਿਆਉਂਦੇ ਆ ਜੀ, ਆਪ ਲੈ ਕੇ ਆਏ ਉਹਨੂੰ। ਬਿਲਕੁਲ ਪੰਜਾਬ ਦੇ ਲੋਕਾਂ ਦਾ ਕਾਰੋਬਾਰ ਖਤਮ ਕਰਕੇ ਹੋਰਾਂ ਨੂੰ ਵਸਾਣ ਨੂੰ ਫਿਰਦੇ ਆ। ਅੱਜ ਪੰਜਾਬ ਦੇ ਲੋਕ ਜਿਹੜੇ ਕਿਸੇ ਵੀ ਕੀਮਤ ਤੇ ਇਹਨਾਂ ਨਾਲ ਸਹਿਮਤ ਨਹੀਂ। ਜੇ ਸੱਚੇ ਹੈ, ਸਾਰੀਆਂ ਪਾਰਟੀਆਂ ਦਾ ਜਵਾਬ ਦੇਣ ਸਾਹਮਣੇ ਆ ਕੇ ਜੀ। ਖੁਦ ਇਹ ਨਿੱਕੀ ਨਿੱਕੀ ਗੱਲ ਤੇ ਸਟਿੰਗ ਕਰਦੇ ਸੀ। ਜੇ ਖੁਦ ਇਹਨਾਂ ਨੂੰ ਆ ਜਾਣਾ ਚਾਹੀਦਾ ਸੀ ਇਨਕੁਆਰੀ, ਗਵਰਨਰ ਸਾਹਿਬ ਨੂੰ ਆਪ ਕਹਿਣ ਕਿ ਅਸੀਂ ਇਨਕੁਆਰੀ ਕਰਾਉਣਾ ਚਾਹੁੰਦੇ। ਦਿੱਲੀ 'ਚ ਵੀ ਪਹਿਲਾਂ ਇਹਨਾਂ ਨੇ ਕਿਹਾ ਪਾਲਿਸੀ ਠੀਕ ਹੈ, ਜਦੋਂ CBI ਦੀ ਇਨਕੁਆਰੀ ਮਾਰਕ ਹੋਈ ਤੇ ਉਹ ਵਾਪਸ ਕਰ ਲਈ ਪਾਲਿਸੀ। ਜੇ ਉਹ ਸਹੀ ਸੀ ਫਿਰ ਵਾਪਸ ਕਿਉਂ ਕੀਤੀ?
ਜੇ ਬਿਲਕੁਲ, ਇਹ ਬੀਜੇਪੀ ਨੇ ਗੱਲ ਕੀ, ਇਹ ਉਸ ਸਵਾਲ ਇਹੀ ਐਕਸਾਈਜ਼ ਉੱਠ ਰਹੇ ਪਾਲਿਸੀ ਆ ਤੇ ਸਵਾਲ ਇਹ ਉੱਠ ਰਹੇ ਆ। ਪਰ ਜਦੋਂ ਵੀ ਆਮ ਆਦਮੀ ਪਾਰਟੀ ਤੋਂ ਇਹ ਸਵਾਲ ਪੁੱਛੇ ਜਾਣ ਤਾਂ ਉਹ ਪੋਲੀਟੀਕਲ ਵੈਂਡੇਟਾ ਦੀ ਗੱਲ ਕਰਦੇ ਆ, ਚਾਹੇ ਦਿੱਲੀ ਦੀ ਗੱਲ ਹੋਵੇ ਚਾਹੇ ਇੱਥੋਂ ਦੀ ਗੱਲ ਹੋਵੇ। ਇੱਥੇ ਵੀ ਉਹ ਕਹਿੰਦੇ ਆ ਅਮਨਦੀਪ ਕਿ ਜੀ, ਜੀ ਪੋਲੀਟੀਕਲ ਵੈਂਡਾਟਾ ਤਾਂ ਹੈ ਜੇ ਤੁਹਾਡੇ ਕੋਲ, ਤੁਸੀਂ ਮੇਰੇ ਕੋਲ ਸਵਾਲ ਪੁੱਛਿਆ ਉਹ ਨਾ ਜੀ। ਕਵਾਂ, ਤੁਸੀਂ ਮੇਰੇ ਕੋਲ ਕੀ ਸਵੇਰ ਪਈ ਆ, ਮੈਂ ਕਵਾਂ ਨਹੀਂ ਸ਼ਾਮ ਹੋ ਗਈ ਹੈ, ਗੱਲ ਹੀ ਨਹੀਂ ਬਣੀ ਕੋਈ। ਬਿਲਕੁਲ ਉਹ ਬਿਲਕੁਲ ਉਹਨਾਂ ਨੂੰ ਐਕਸਾਈਜ਼ ਪਾਲਿਸੀ ਤੇ ਪੁੱਛਦੇ ਆ, ਉਹ ਕਹਿੰਦੇ ਸਾਡੀ ਐਜੂਕੇਸ਼ਨ ਪਾਲਿਸੀ ਜੇ ਢਾਲਾ ਖੁੱਲਿਆ, ਹੁਣ ਕਹਿੰਦੇ ਆ ਜੀ ਸਾਡੇ ਤੇ ਵਿੰਡ ਡਾਟਾ ਪੋਲਿਟਿਕਸ ਹੈ। ਕਾਦੀ ਵਿੰਡ ਡਾਟਾ ਪੋਲਿਟਿਕਸ? ਦਿੱਲੀ ਦਾ ਵਜਿੰਦਰ ਸਿੰਗਲਾ, ਇਹਨਾਂ ਦੇ ਜਿਹੜੇ ਫੜੇ ਗਏ ਸੀਗੇ ਵਿਜੇ ਸਿੰਗਲਾ ਜੀ, ਜੀ ਇਹ ਪੰਜਾਬ ਚ, ਤੇ ਦਿੱਲੀ ਦੇ ਸਤਿੰਦਰ ਜੈਨ ਜੀ ਫੜੇ ਗਏ ਇਹਨਾਂ ਦੇ। ਜੀ ਉਹ ਕਿੱਦਾਂ ਫੜੇ ਗਏ? ਪਹਿਲਾਂ ਕਹਿੰਦੇ ਸੀ ਜੀ ਉਹ ਇਮਾਨਦਾਰ ਹੈ, ਕੋਈ ਕੁਛ ਨਹੀਂ, ਪੈਸੇ ਵੀ ਮਿਲੇ, ਸੋਨਾ ਵੀ ਮਿਲਿਆ, ਕੁਰੀਤੀਆਂ ਵੀ ਮਿਲੀਆਂ, ਗਲਤੀਆਂ ਵੀ ਮਿਲੀਆਂ। ਜੀ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਉਹਨੂੰ ਜ਼ਮਾਨਤ ਨਹੀਂ ਮਿਲੀ ਕਿ ਇਹਦੀ ਪ੍ਰਾਪਰਟੀ ਵੀ ਅਟੈਚ ਕਰ ਦਿਓ। ਜੀ ਉਹੀ ਹਾਲ ਪੰਜਾਬ 'ਚ ਹੈ। ਪੰਜਾਬ 'ਚ ਇਹਨਾਂ ਦੇ ਰਾਜ ਦੇ ਵਿੱਚ ਅਮਨਦੀਪ ਜੀ ਗਲੀ ਗਲੀ 'ਚ ਰਾਸ਼ਨ ਦੀ ਦੁਕਾਨ ਖੁੱਲੀ ਨਹੀਂ ਹੈ, ਨਸ਼ੇ ਦੇ ਵਪਾਰੀ ਆ। ਔਰ ਇੱਕ ਹੋਰ ਨਵਾਂ ਸਕੈਂਡਲ ਇਹਨਾਂ ਨੇ ਸ਼ੁਰੂ ਕਰਤਾ, ਪੰਜਾਬ ਸਰਕਾਰੀ ਬੰਦ ਹੈ। ਇਹਨਾਂ ਦੇ ਐਮਐਲਏ ਨੇ ਆਪਣੀ ਲੋਟਰੀ ਸ਼ੁਰੂ ਕਰਾਤੀ ਜਲੰਧਰ 'ਚ, ਇੱਕ ਦੁਕਾਨ ਦਾ ਰੇਟ ਰੱਖਤਾ, 100 ਦੁਕਾਨ ਖੁਲਾਤੀ, ਪੁਲਿਸ ਫੜਨ ਨੂੰ ਤਿਆਰ ਨਹੀਂ। ਜੀ ਜੀ ਆਪਾਂ ਇਹ ਸਮਝ ਲੈਂਦੇ ਆ ਕਿ ਇਹਦਾ ਨੁਕਸਾਨ, ਜੋ ਵੀ ਆਪਾਂ ਗੱਲਾਂ ਕੀਤੀਆਂ, ਜੋ ਵੀ ਅਸੀਂ ਆਰੋਪ ਲਗਾਏ ਆ, ਜੋ ਸਾਰੀਆਂ ਪਾਰਟੀਆਂ ਤੋਂ ਲੋਕਾਂ ਨੇ ਆਰੋਪ ਲਗਾਏ ਆ, ਉਹਦਾ ਨੁਕਸਾਨ ਕੀ ਹੋ ਰਿਹਾ ਪੰਜਾਬ ਨੂੰ। ਦਲਜੀਤ ਜੀ, ਜੇ ਮੋਨੋਪੋਲੀ ਹੁੰਦੀ ਹੈ, ਜੇ ਜਿਹੜੇ ਮੋਨੋਪੋਲੀ ਦੀ ਗੱਲ ਕਰਦੇ ਆ ਕਿ ਸਿਰਫ ਵੱਡੇ ਇੰਡਸਟਰੀਅਲਿਸਟ ਹੈ ਉਹਨਾਂ ਨੂੰ ਬਿਠਾ ਕੇ ਤੇ ਵੱਡੇ ਗਰੁੱਪਸ ਨੂੰ ਹੀ ਕੰਮ ਦੇ ਕੇ, ਉਹਨਾਂ ਨੂੰ ਹੀ ਪੈਸਾ ਦੇ ਕੇ, ਜੇ ਪੰਜਾਬ ਨੂੰ, ਪੰਜਾਬ ਦੀਆਂ ਇਸੇ ਤਰ੍ਹਾਂ ਹੋਰ ਜਿਹੜੇ ਮਹਿਕਮੇ ਆ, ਹੋਰ ਡਿਪਾਰਟਮੈਂਟ ਆ ਜਿਹੜੇ ਸਾਰੇ ਉਹਨਾਂ ਦੇ ਹਵਾਲੇ ਕੀਤੇ ਜਾਣਗੇ ਤਾਂ ਪੰਜਾਬ ਨੂੰ ਕੀ ਨੁਕਸਾਨ ਹੋਊਗਾ, ਆਮ ਲੋਕਾਂ ਨੂੰ ਕੀ ਨੁਕਸਾਨ ਹੋਊਗਾ? ਦੇਖੋ, ਪਹਿਲਾਂ ਤਾਂ ਮੈਂ ਇਹ ਮੰਨਣਾ ਕਿ ਇਹ ਜਿੰਨੇ ਮੁੱਦੇ ਚੁੱਕੇ ਗਏ ਨੇ ਜੀ ਤਿੰਨਾਂ ਪਾਰਟੀ ਵੱਲੋਂ, ਉਹ ਬਿਲਕੁਲ ਹੀ ਠੀਕ ਮੁੱਦੇ ਨੇ। ਔਰ ਬੜੀ ਅੱਛੀ ਗੱਲ ਹੈ ਕਿ ਸਟਰੋਂਗ ਆਪੋਜੀਸ਼ਨ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਜੀ ਜੋ ਇਹਨਾਂ ਦਾ ਕੰਮ ਹੈ, ਜੋ ਇਹਨਾਂ ਨੂੰ ਕਰਨਾ ਚਾਹੀਦਾ ਹੈ ਇੱਕ ਆਪੋਜੀਸ਼ਨ ਦਾ, ਉਹ ਵਿਜੀਲੈਂਟ ਨੇ, ਸਟਰੋਂਗ ਆਪੋਜੀਸ਼ਨ ਹੈ ਔਰ ਕਰ ਰਹੇ ਨੇ, ਬੜੀ ਅੱਛੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਇਹ ਆਪ ਨੂੰ ਇਹ ਭੱਜ ਕੇ ਇਹਨਾਂ ਮੁੱਦਿਆਂ ਤੋਂ, ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਕੋਲ ਆਇਆ ਤੇ ਮੈਂ ਦੇਖਿਆ ਆਪ ਵਾਲਾ ਕੋਈ ਵੀ ਰਿਪਰੈਜ਼ੈਂਟੇਟਿਵ ਕਦੇ ਵੀ ਨਹੀਂ ਆਉਂਦਾ। ਇਹ ਕੁਝ ਨੈਗੇਟਿਵ ਮੈਸੇਜ ਦਿੰਦਾ ਆਮ ਆਦਮੀ ਨੂੰ ਵੀ ਸ਼ਾਇਦ ਕੁਝ ਦੇਰ ਇਜ਼ ਸਮਥਿੰਗ ਟੂ ਹਾਈਡ, ਤੇ ਜੇ ਕੋਈ ਟਰਾਂਸਪੇਰੈਂਟ ਹੈ ਚੀਜ਼ ਤੇ ਉਹਨੂੰ ਲਿਆ ਕੇ ਸਾਹਮਣੇ ਰੱਖੋ। ਜੀ ਡੈਮੋਕ੍ਰੇਸੀ ਦੇ ਵਿੱਚ ਸਿਸਟਮ ਜਿਹੜਾ ਹੈ ਉਹ ਇਹ ਹੈ, ਜੋ ਇਹ ਲੋਕ ਸਾਰੀਆਂ ਤਿੰਨੋਂ ਪਾਰਟੀਆਂ ਕਰ ਰਹੀਆਂ ਨੇ ਕਿ ਉਹਨਾਂ ਨੂੰ ਅਪੋਜ਼ ਕਰੋ, ਐਂਡ ਦੇ ਹੈਵ ਗੋਨ ਟੂ ਦੀ ਕੋਰਟ, ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਔਰ ਇਹਦਾ ਅਜੇ ਆਉਣਾ ਹੈ ਜੋ ਵੀ ਹਾਈ ਕੋਰਟ ਇਹਦੇ ਬਾਰੇ ਕਹਿੰਦੀ ਹੈ। ਪਰ ਮੈਂ ਸਮਝਣਾ ਕਿ ਇਹ ਮੋਨੋਪੋਲੀ ਇਜ਼ ਅ ਬੈਡ ਇਕਨੋਮਿਕਸ। ਜੀ ਮੋਨੋਪੋਲੀ ਨੂੰ ਤਾਂ ਤੋੜਿਆ ਜਾਂਦਾ ਹੈ, ਜੇ ਅੱਛੀ ਗਵਰਨਮੈਂਟ ਨੇ ਰਨ ਕਰਨਾ ਹੈ ਜਾਂ ਗੁੱਡ ਗਵਰਨੈਂਸ ਦੇਖਣੀ ਹੈ ਤੇ ਮੋਨੋਪੋਲੀ ਨੂੰ ਆਮ ਤੌਰ ਦੇ ਉੱਤੇ ਤੋੜਿਆ ਜਾਂਦਾ ਹੈ। ਪਰ ਇੱਥੇ ਜੇ ਮੋਨੋਪੋਲੀ, ਮੈਨੂੰ ਡਿਟੇਲ ਨਹੀਂ ਪਤਾ ਕਿ ਜਿਹੜੇ ਕੁਝ ਪਾਰਟੀਜ਼ ਨੇ ਦੱਸੀਆਂ ਨੇ, ਜਿਵੇਂ ਪਰਮਵੀਰ ਜੀ ਨੇ ਸਾਰੇ ਡਿਟੇਲ ਦੱਸੇ ਨੇ, ਜੇ ਉਹ ਵਾਕਿਆ ਹੀ ਬਿਲਕੁਲ ਠੀਕ ਨੇ ਜਿਵੇਂ ਉਹਨਾਂ ਨੇ ਪ੍ਰੈਜ਼ੈਂਟ ਕੀਤੇ ਨੇ, ਤੇ ਫਿਰ ਮੇਰਾ ਖਿਆਲ ਹੈ ਇਹ ਬੜਾ ਸੀਰੀਅਸ ਕੇਸ ਹੈ, ਇਹ ਬੜਾ ਅੱਛਾ ਮੁੱਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਨ ਦੇਅਰ ਵਿਜ਼ਡਮ ਦੇ ਵਿਲ ਸਟ੍ਰਾਈਕ ਇਟ ਡਾਊਨ। ਇਸ ਕਰਕੇ ਵੇਟ ਕਰਨਾ ਚਾਹੀਦਾ ਹੈ। ਔਰ ਇਨ ਦੀ ਮੀਨ ਟਾਈਮ ਇਹ ਅਸੀਂ ਕੰਸਟਰਕਟਿਵ ਆਪੋਜੀਸ਼ਨ ਹੋਣਾ ਤਾਂ ਬਹੁਤ ਅੱਛੀ ਗੱਲ ਹੈ, ਜਿਵੇਂ ਮੈਂ ਕਿਹਾ ਕਿ ਇਟ ਇਜ਼ ਗੁੱਡ ਥਿੰਗ ਕਿ ਤੁਸੀਂ ਬੜੇ ਵਿਜੀਲੈਂਟ ਆਪੋਜੀਸ਼ਨ ਹੋ। ਪਰ ਬਾਕੀ ਮੁੱਦਿਆਂ ਦੇ ਉੱਤੇ ਜਿਵੇਂ ਟੀਨਾ ਜੀ ਕਹਿ ਰਹੇ ਸਨ ਕਿ ਸ਼ਰਾਬ ਦਾ ਤੇ ਐਜੂਕੇਸ਼ਨ ਦਾ ਕੀ ਮਤਲਬ ਹੈ, ਦੇਖੋ ਜਦੋਂ ਬਹੁਤ ਜ਼ਿਆਦਾ ਡਿਪਾਰਟਮੈਂਟ ਹੁੰਦੇ ਨੇ ਤੇ ਮਿਨਿਸਟਰ ਤੁਸੀਂ ਉਹਦੇ ਉੱਤੇ ਸੀਲਿੰਗ ਹੈ ਇੰਨੇ ਹੋ ਸਕਦੇ ਨੇ, ਤੇ ਕਈ ਡਿਪਾਰਟਮੈਂਟ ਜਿਹੜੇ ਨਾ ਉਹਨਾਂ ਦਾ ਸ਼ਾਇਦ ਇੱਕ ਦੂਜੇ ਦੇ ਨਾਲ ਕੋਈ ਸੰਬੰਧ ਨਾ ਹੋਏ ਪਰ ਉਹਨਾਂ ਨੂੰ ਗਰੁੱਪ ਤੇ ਕਰਨਾ ਹੀ ਪੈਂਦਾ ਹੈ। ਦੂਜਾ ਟੀਨਾ ਜੀ NIA ਦੀ ਵੀ ਗੱਲ ਕਰ ਰਹੇ ਸੀ, ਹੁਣ ਇਹਦਾ NIA ਦੇ ਨਾਲ ਕੀ ਤਲਕ ਹੈ ਇਸ ਮੁੱਦੇ ਦਾ, ਮੈਨੂੰ ਸਮਝ ਨਹੀਂ ਲੱਗੀ। ਇਸ ਕਰਕੇ ਅਸੀਂ ਜਸਟ ਫॉर ਦੀ ਸੇਕ ਆਫ ਆਪੋਜੀਸ਼ਨ ਕਿ ਅਸੀਂ ਕੁਝ ਵੀ ਉਹ ਕਰਨ ਤੇ ਉਹਨੂੰ ਅਪੋਜ਼ ਕਰਨਾ ਹੈ, ਮੇਰਾ ਖਿਆਲ ਹੈ ਉਹ ਦੈਟ ਵੁੱਡ ਬੀ ਬੈਡ। ਪਰ ਅਦਰਵਾਈਜ਼ ਮੁੱਦੇ ਜਿਹੜੇ ਨੇ, ਜਿਹੜੇ ਤਿੰਨੇ ਪਾਰਟੀਜ਼ ਨੇ ਰੇਜ਼ ਕੀਤੇ ਨੇ, ਉਹ ਬੜੇ ਰੈਲੇਵੈਂਟ ਨੇ ਔਰ ਇਹਨਾਂ ਉੱਤੇ ਜ਼ਰੂਰ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਜ਼ਰੂਰ ਆਪ ਦੇ ਰਿਪਰੈਜ਼ੈਂਟੇਟਿਵ ਨੂੰ ਆ ਕੇ ਇਹਨਾਂ ਨੂੰ ਕਲੈਰੀਫਾਈ ਕਰਨਾ ਚਾਹੀਦਾ। ਜੀ ਬਿਲਕੁਲ, ਇੱਕ ਇੱਕ ਕਰਕੇ ਸਭ ਨਾਲ ਗੱਲ ਕਰਾਂਗੇ ਆਪਾਂ। ਤੇ ਇਹ ਇੱਕ ਹੋਰ ਚੀਜ਼ ਮੈਂ ਜਾਣਨਾ ਚਾਹੁੰਦਾ ਕਿ ਜਿਹੜੇ ਆਰੋਪ ਆਮ ਆਦਮੀ ਪਾਰਟੀ ਤੇ ਹੁਣ ਲੱਗ ਰਹੇ ਆ, ਇਹ ਤੋਂ ਪਹਿਲਾਂ ਦੀਆਂ ਸਰਕਾਰਾਂ ਤੇ ਵੀ ਲੱਗਦੇ ਰਹੇ ਆ, ਐਕਸਾਈਜ਼ ਦੇ ਵਿੱਚ ਨਹੀਂ ਤਾਂ ਕਿਸੇ ਹੋਰ ਕੰਮ ਦੇ ਵਿੱਚ, ਮਾਈਨਿੰਗ ਦੇ ਵਿੱਚ ਲੱਗਦੇ ਰਹੇ ਆ। ਪਿਛਲੀ ਸਰਕਾਰ ਜਦੋਂ ਇਲੈਕਸ਼ਨ ਹੋਏ ਆ ਤਾਂ ਕਾਂਗਰਸ ਨੂੰ ਜੇ ਵੱਡੀ ਹਾਰ ਮਿਲਣ ਦਾ ਕਾਰਨ ਹੀ ਇਹ ਸੀਗਾ ਕਿ ਮਾਈਨਿੰਗ ਦਾ ਮੁੱਦਾ ਬਹੁਤ ਵੱਡਾ ਹੋ ਗਿਆ ਸੀ। ਇਸ ਤੋਂ ਪਹਿਲਾਂ ਨਸ਼ੇ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਸਰਕਾਰ ਸੀ, ਉਦੋਂ ਵੀ ਨਸ਼ੇ ਦੀ ਗੱਲਬਾਤ ਬਹੁਤ ਹੋਈ।
ਉਦੋਂ ਵੱਡਾ ਮੁੱਦਾ ਬਣਿਆ ਕਿ ਨਸ਼ਾ ਬਹੁਤ ਪੰਜਾਬ ਦੇ ਵਿੱਚ ਅਵੇਲੇਬਲ ਹੈ। ਇਸ ਤਰ੍ਹਾਂ ਦੇ ਮੁੱਦੇ ਆਉਂਦੇ ਰਹੇ ਆ ਸਰਕਾਰਾਂ ਦੇ ਟਾਈਮ ਤੇ। ਪਰ ਜਦੋਂ ਤੁਸੀਂ ਅੱਜ ਆਪੋਜੀਸ਼ਨ ਦੇ ਵਿੱਚ ਬੈਠੇ ਹੋ ਤਾਂ ਤੁਹਾਡੀ ਪਾਰਟੀ ਕੀ ਸਟੈਂਡ ਲੈਂਦੀ ਹੈ ਕਿ ਜਿਹੜੀ ਸਰਕਾਰ ਹੈ, ਜੋ ਸਰਕਾਰ ਦੇ ਵਿੱਚ ਮੰਤਰੀ ਹੈਗੇ ਆ, ਜੇ ਉਹ ਪੰਜਾਬ ਦੇ ਲਈ ਕੰਮ ਕਰਨ ਤਾਂ ਕੀ ਤੁਸੀਂ ਉਹਨਾਂ ਨੂੰ ਕੋਈ ਚੰਗੀ ਪਾਲਿਸੀ ਬਣਾ ਕੇ ਦੇ ਸਕਦੇ ਹੋ? ਤੁਹਾਡੇ ਕੋਲ ਵੀ ਕਿਉਂਕਿ ਬ੍ਰਿਲੀਅੰਟ ਮਾਈਂਡਸ ਹੈਗੇ ਆ, ਸਾਰੀਆਂ ਪਾਰਟੀਆਂ ਦੇ ਕੋਲ ਹੀ ਹੈਗੇ ਆ, ਤਾਂ ਕੀ ਪਾਰਟੀਆਂ ਨੇ ਕਦੇ ਅਪਰੋਚ ਕੀਤੀ ਹੈ ਕਿ ਅਸੀਂ ਇਸ ਸਰਕਾਰ ਨੂੰ ਸਲਾਹ ਦੇਣੀ ਹੈ ਤੇ ਐਜ਼ ਅ ਸਲਾਹਕਾਰ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਰਕਾਰ ਸਾਡੇ ਨਾਲ ਮਿਲ ਕੇ ਕੰਮ ਕਰੇ? ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਨਾ ਬਿਫੋਰ ਯੂ ਗੋ ਟੂ ਦੀ ਅਦਰਸ ਕਿ ਦੇਖੋ ਲਿਕਰ ਦੀ ਨੂੰ ਚੀਪ ਕਰਕੇ ਔਰ ਜਨਰੇਟ ਕਰਨਾ ਰੈਵਨਿਊ, ਇਹ ਕੋਈ ਸੈਂਸਿਬਲ ਪਾਲਿਸੀ ਨਹੀਂ ਹੋ ਸਕਦੀ। ਤੁਹਾਨੂੰ ਪਤਾ ਹੈ ਕਿ PGI ਦੀ ਇੱਕ ਰਿਪੋਰਟ ਹੈ ਜਿਹਦੇ 'ਚ ਉਹਨਾਂ ਕਿਹਾ ਹੈ ਕਿ ਤਕਰੀਬਨ 25 ਲੱਖ ਜਿਹੜੇ ਲਿਕਰ ਦੇ ਐਡਿਕਟ ਨੇ ਪੰਜਾਬ ਦੇ ਵਿੱਚ, 17-18 ਲੱਖ ਆ ਗੁਟਕਾ ਤੇ ਕੀ ਤੰਬਾਕੂ ਤੇ ਇਹਦੇ ਨਾਲ ਕੁਝ ਹੋਰ ਜਿਹੜੇ ਚਿੱਟੇ ਦੇ ਨਾਲ ਤੇ ਦੂਜੀਆਂ ਜਿਹੜੇ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ। ਸੋ ਅਸੀਂ ਲਿਕਰ ਦੀ ਕੀਮਤਾਂ ਰਿਡਿਊਸ ਕਰਕੇ ਕੀ ਅਸੀਂ ਇੱਕ ਉਹ ਐਡਿਕਸ਼ਨ ਜਿਹੜੀ ਹੈ ਉਹਦੀ ਵਧਾ ਕੇ ਤੇ ਆਪਣੀ ਯੂਥ ਨੂੰ, ਜਿਹੜਾ ਕਿ ਸਾਡਾ ਬੜਾ ਵੱਡਾ ਮਸਲਾ ਹੈ ਕਿ ਯੂਥ ਜਿਹੜਾ ਸਾਡਾ ਪੰਜਾਬ ਦਾ ਸਾਰਾ ਤਬਾਹ ਹੋ ਰਿਹਾ, ਖਰਾਬ ਹੋ ਰਿਹਾ, ਸਤਿਆਨਾਸ਼ ਹੋ ਰਿਹਾ ਸਾਡਾ ਫਿਊਚਰ, ਉਹਦੇ ਉੱਤੇ ਕੀ ਅਸੀਂ ਕੋਈ ਇਹ ਅੱਛਾ ਅਸਰ ਪਾ ਰਹੇ ਹਾਂ? ਸੋ ਮੇਰਾ ਖਿਆਲ ਹੈ ਕਿ ਲਿਕਰ ਨੂੰ ਇਹਦੀ ਕੀਮਤ ਘਟਾ ਕੇ ਤੇ ਉਹਦੇ ਵਿੱਚੋਂ ਹੀ ਹੋਰ ਬੜੇ ਤਰੀਕੇ ਨੇ ਮੇਰਾ ਖਿਆਲ ਹੈ ਉਹ ਵੀ ਲੱਭਣੇ ਚਾਹੀਦੇ ਨੇ, ਇਹਨਾਂ ਨੂੰ ਐਕਸਪਲੋਰ ਕਰਨੇ ਚਾਹੀਦੇ ਨੇ ਰੈਵਨਿਊ ਜਨਰੇਟ ਕਰਨ ਦੇ। ਪਰ ਇਹ ਜ਼ਰੂਰ ਹੈ ਕਿ ਕਿਉਂਕਿ ਇਹਨਾਂ ਦਾ ਕੰਪੀਟੀਸ਼ਨ ਚੰਡੀਗੜ੍ਹ ਨਾਲ ਸੀ ਤੇ ਇਸ ਕਰਕੇ ਚੰਡੀਗੜ੍ਹ ਦੇ ਵੀ ਲਿਕਰ ਦੀ ਪ੍ਰਾਈਸਿਸ ਘੱਟ ਸਨ ਤੇ ਇਹਨਾਂ ਨੂੰ ਸ਼ਾਇਦ ਲਿਕਰ ਦੀਆਂ ਪ੍ਰਾਈਸਿਸ ਘੱਟ ਕਰਨੀਆਂ ਇੱਕ ਮਜਬੂਰੀ ਵੀ ਸੀ। ਪਰ ਅਦਰਵਾਈਜ਼ ਰਿਡਿਊਸਿੰਗ ਦੀ ਪ੍ਰਾਈਸਿਸ ਆਫ ਲਿਕਰ is a bad policy, bad governance। ਜਨਰੇਟ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਸੀ। ਜੀ ਪਰਮਵੀਰ ਜੀ, ਤੁਹਾਡੇ ਤੋਂ ਪਹਿਲਾਂ ਮੈਂ ਸਵਾਲ ਲੈਣਾ ਕਿ ਜੋ ਇਹ ਪਾਲਿਸੀ ਦਾ ਤਾਂ ਚਲੋ ਵਿਰੋਧ ਹੋਇਆ ਹੀ ਹੋਇਆ, ਇਹ ਤੋਂ ਇਲਾਵਾ ਕਿਹੜੇ ਕੰਮ ਹੈ ਜਿਹੜੇ ਆਮ ਆਦਮੀ ਪਾਰਟੀ ਅੱਜ ਕਰ ਸਕਦੀ ਆ ਆਪਦੀ ਕੈਪੈਸਿਟੀ ਦੇ ਵਿੱਚ? ਦੇਖੋ ਜੀ ਅਮਨਦੀਪ ਜੀ, ਜੇ ਮੈਂ ਇੱਕ ਇੱਕ ਕਰਕੇ ਤੁਸੀਂ 3 ਕੁਐਸਚਨ ਪੁੱਛੇ ਸੀ, ਮੈਂ ਉਹਨਾਂ ਦਾ ਜਵਾਬ ਦੇਣਾ। ਦੇਖੋ ਪਹਿਲਾਂ ਤੁਸੀਂ ਕਿਹਾ ਵੀ ਅਗਰ ਕੋਈ ਅੱਛੀ ਪਾਲਿਸੀ ਆਪੋਜੀਸ਼ਨ ਬਣਾ ਕੇ ਦੇਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਉਹਨੂੰ ਲੈਣ ਲਈ ਅਸੈਪਟ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਮਾਇਦਾ ਹੈਗਾ ਵੀ ਉਸ ਚੀਜ਼ ਨੂੰ ਸਮਝਣਗੇ? ਤੇ ਇਹਦਾ ਜਵਾਬ ਸਿਰਫ ਤੁਸੀਂ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ 'ਚ ਸ਼ਾਇਦ ਦੇਖਿਆ ਹੋਣਾ ਹੈ, ਚਾਹੇ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸੀ ਜਾਂ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਨੁਮਾਇੰਦੇ ਸੀ, ਅਗਰ ਉਹਨਾਂ ਨੇ ਕੋਈ ਚੰਗੀ ਚੀਜ਼ ਜਾਂ ਚੰਗੀ ਸੋਚ ਇੱਕ ਵਧੀਆ ਆਪੋਜੀਸ਼ਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਦੇਖਿਆ ਹੋਣਾ ਹੈ ਵੀ ਇੱਕ ਹੰਕਾਰ ਜੋ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਬੋਲ ਰਿਹਾ ਵੀ ਨਹੀਂ ਜੀ ਪਿਛਲੇ 70 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਹੋਇਆ। ਪਿਛਲੇ 70 ਸਾਲਾਂ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਪੰਜਾਬ ਦੇ ਲੋਕ ਹਲੇ ਵੀ ਮੈਡੀਵਲ ਪੀਰੀਅਡ ਦੇ ਵਿੱਚ ਰਹਿ ਰਹੇ ਨੇ, ਵੀ ਬਹੁਤ ਜ਼ਿਆਦਾ ਪਿਛੜੇ ਹੋਏ ਨੇ। ਪਰ ਜਦੋਂ ਕਿਸੇ ਵੀ ਇੰਡਸਟਰੀ ਨੂੰ ਲਿਆਉਣਾ ਹੁੰਦਾ ਹੈ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਕਹਿੰਦੇ ਆ ਜੀ ਦੇਖੋ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਹੈ, ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਕਿੰਨੀ ਵਧੀਆ ਹੈ, ਪੰਜਾਬ ਦੇ ਵਿੱਚ ਵੱਡੇ ਵੱਡੇ ਹਸਪੀਟਲਸ ਹੈਗੇ ਨੇ, ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਇਆ। ਉਹ ਜਿਹੜਾ ਡਿਵੈਲਪਮੈਂਟ ਹੋਇਆ ਉਹ ਕਿਹਨਾਂ ਨੇ ਕੀਤਾ? ਉਹ ਕੋਈ ਅਸਮਾਨ ਤੋਂ ਆ ਕੇ ਤਾਂ ਕਿਸੇ ਨੇ ਕੀਤਾ ਨਹੀਂ। ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੇਖੋ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਹੋਇਆ, ਸੜਕਾਂ ਦੇ ਜਿਹੜੇ ਹਾਈਵੇਜ਼ ਬਣੇ ਨੇ, 6 ਲੇਨ ਬਣੇ ਨੇ, ਚਾਹੇ ਉਹ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਮੈਰੀਟੋਰੀਅਸ ਸਕੂਲ ਬਣੇ ਨੇ, ਚਾਹੇ ਟਾਟਾ ਮੈਮੋਰੀਅਲ ਜਿਹੜਾ ਹੁਣ ਹਸਪੀਟਲ ਹੋਇਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਜੈਕਟ ਸੀ ਜਿਹਦੀ ਓਪਨਿੰਗ ਸਾਡੇ ਪ੍ਰਾਈਮ ਮਿਨਿਸਟਰ ਕਰਕੇ ਗਏ ਨੇ। ਤਾਂ ਇਹ ਚੀਜ਼ਾਂ ਇੱਕ ਇਹਨਾਂ ਨੂੰ ਓਪਨ ਹਾਰਟੇਡਲੀ ਇੱਕ ਸੋਚ ਲੈਣੀ ਪੈਣੀ ਹੈ, ਕਿਉਂਕਿ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ ਇਹਨਾਂ ਨੇ ਕਿਹਾ ਸੀ ਇਹ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਜਿਹੜੀ ਪੰਚਾਇਤਾਂ ਤੋਂ ਚੱਲਿਆ ਕਰੇਗੀ। ਪਰ ਪੰਚਾਇਤਾਂ ਤੋਂ ਤਾਂ ਕੀ ਅੱਜ ਲੋਕ ਆਪਣੇ MLA ਨੂੰ ਮਿਲਣ ਲਈ ਉਹਨਾਂ ਦੇ ਪੋਸਟਰ ਲੱਗ ਰਹੇ ਨੇ ਵੀ ਉਹਨਾਂ ਨੂੰ ਲੱਭਿਆ ਜਾ ਰਿਹਾ ਵੀ MLA ਕਿੱਥੇ ਨੇ। ਦੇਖੋ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਕਿ ਪੰਜਾਬ ਦੇ ਜਿਹੜੇ ਛੋਟੇ ਬਿਜ਼ਨਸਮੈਨ ਹੈ ਉਹਨਾਂ ਨੂੰ ਬਰਬਾਦ ਕਿਵੇਂ ਕੀਤਾ ਜਾ ਰਿਹਾ ਹੈ, ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਇੱਕ ਬੜਾ ਛੁਪਿਆ ਹੋਇਆ ਇੱਕ ਰਾਜ਼ ਹੈ। ਦੇਖੋ ਪਹਿਲਾਂ ਪਾਲਿਸੀ ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜੇ ਛੋਟੇ ਠੇਕੇਦਾਰ ਸੀ ਜਦੋਂ ਉਹ ਸਪਲਾਈ ਲੈਣ ਲਈ L1 ਜਿਹੜੇ ਕਿ ਮੇਨ ਡਿਸਟ੍ਰੀਬਿਊਟਰ ਸੀ ਉਹਨਾਂ ਕੋਲੋਂ ਜਾਂਦੇ ਸੀ ਤਾਂ ਉਹਨਾਂ ਨੂੰ ਇੱਕ ਰਿਬੇਟ ਮਿਲਦਾ ਸੀ। ਉਹ ਰਿਬੇਟ ਕੀ ਹੁੰਦਾ ਸੀ? ਉਹ ਰਿਬੇਟ ਹੁੰਦਾ ਸੀ ਉਸ ਬਿਜ਼ਨਸਮੈਨ ਦੇ ਟਰਾਂਸਪੋਰਟੇਸ਼ਨ ਚਾਰਜਿਸ ਜਾਂ ਉਹਦੇ ਵਰਕਰਸ ਦਾ, ਤਾਂ ਉਹਦੇ ਵਿੱਚ ਉਹਦਾ ਪ੍ਰੋਫਿਟ ਛੁਪਿਆ ਹੁੰਦਾ ਸੀ। ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਅੱਜ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਲੈ ਕੇ ਆਈ ਹੈ, ਜਿਹੜੀਆਂ 2 ਕੰਪਨੀਆਂ ਨੇ ਬ੍ਰਿੰਡਕੋ ਹੋ ਗਈਆਂ, ਅਨੰਤ ਵਾਈਨਸ ਹੋ ਗਈਆਂ, ਇਹਨਾਂ ਨੇ ਉਹ ਰਿਬੇਟ ਦੇਣ ਤੋਂ ਮਨਾ ਕਰਤਾ ਹੈ। ਤੇ ਤੁਸੀਂ ਇਹ ਲਾ ਸਕਦੇ ਹੋ ਵੀ ਜਿਹੜਾ 12% ਮੁਨਾਫਾ ਤੇ 5% ਰਿਬੇਟ ਹੈ, ਉਹ ਪੂਰਾ ਜਿਹੜਾ ਮੁਨਾਫਾ 17% ਦੇ ਕਰੀਬ ਹੈ
ਉਹ ਕਿਹਨਾਂ ਦੀ ਜੇਬ 'ਚ ਜਾ ਰਿਹਾ? ਉਹ ਇਹ ਦਿੱਲੀ ਤੋਂ ਜਿਹੜੀਆਂ 2 ਕੰਪਨੀਆਂ ਲੈ ਕੇ ਆਏ ਆ ਜਿਹੜੀ ਬਲੈਕ ਲਿਸਟਡ ਆ, ਉਹਨਾਂ ਦੀ ਜੇਬ 'ਚ ਮੁਨਾਫਾ ਜਾ ਰਿਹਾ, ਨਾ ਕਿ ਸਰਕਾਰ ਦੀ ਜੇਬ 'ਚ ਆ ਰਿਹਾ। ਜੀ ਉਸ ਤੋਂ ਬਾਅਦ ਅਸੀਂ ਅਗਰ ਤੀਸਰੀ ਗੱਲ ਕਰੀਏ, ਜਿਹੜੀ ਇਹ ਦਿੱਲੀ ਦੀ ਪਾਲਿਸੀ ਦਾ ਹਵਾਲਾ ਦੇ ਰਹੇ ਆ ਜੀ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ 17/8/22 ਨੂੰ FIR ਰਜਿਸਟਰ ਕੀਤੀ ਜਾਂਦੀ ਹੈ CBI ਵੱਲੋਂ ਮਨੀਸ਼ ਸਸੋਦੀਆ ਤੇ ਬਾਕੀ 15 ਲੋਕਾਂ ਦੇ ਅਗੇਂਸਟ। ਤੇ ਮਿਨਿਸਟਰੀ ਆਫ ਹੋਮ ਅਫੇਅਰਸ ਜਦੋਂ ਉਹ ਪੂਰੇ ਮਾਮਲੇ ਦੀ ਜਾਂਚ ਕਰਦੀ ਹੈ ਤੇ ਦਿੱਲੀ ਦੇ ਵਿੱਚ ਜਿਹੜੇ ਐਕਸਾਈਜ਼ ਦੇ ਕਮਿਸ਼ਨਰ ਹੁੰਦੇ ਆ ਤੇ ਉਹਨਾਂ ਦੇ ਡਿਪਟੀ ਕਮਿਸ਼ਨਰ ਹੁੰਦੇ ਆ, ਉਹ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਦੇਖੋ, ਜਦੋਂ ਇੰਨੀ ਚੀਜ਼ ਖੁੱਲ ਕੇ ਆ ਚੁੱਕੀ ਹੈ ਵੀ ਇੱਕ ਸਰਕਾਰ ਦੇ ਉੱਪਰ ਇੱਕ ਐਲੀਗੇਸ਼ਨ ਨਹੀਂ, ਜੋ ਮੈਂ ਕਹਾਂਗਾ ਵੀ ਅਪਰੂਵ ਹੋ ਚੁੱਕਿਆ ਹੈ, ਅਫਸਰ ਤੱਕ ਸਰਕਾਰ ਨੇ ਸਸਪੈਂਡ ਕਰਤੇ ਵੀ ਇੰਨਾ ਘਾਟਾ ਪੈ ਰਿਹਾ। ਤੇ ਪੰਜਾਬ ਦੇ ਜਿਹੜੇ ਸਾਡੇ ਮੁੱਖ ਮੰਤਰੀ ਨੇ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਤੇ ਜਿਹੜੇ 92 ਅਸੀਂ MLA ਚੁਣੇ ਹੋਏ ਆ, ਉਹ ਕਿਤੇ ਨਾ ਕਿਤੇ ਮੈਨੂੰ 4 ਲੱਗ ਰਹੇ ਨੇ। ਤੇ ਦਲਜੀਤ ਜੀ ਦੀ ਗੱਲ ਬਿਲਕੁਲ ਸਹੀ ਹੈ ਵੀ ਇੱਕ ਹੈਂਡੀਕੈਪਡ ਗਵਰਨਮੈਂਟ ਕੰਮ ਕਰ ਰਹੀ ਹੈ ਵੀ ਜੋ ਵੀ ਦਿੱਲੀ ਤੋਂ ਲਿਆਂਦਾ ਜਾ ਰਿਹਾ ਹੈ ਉਹ ਬਿਨਾਂ ਸੋਚੇ ਸਮਝੇ ਪੰਜਾਬ ਦੇ ਲੋਕਾਂ ਤੇ ਥੋਪਿਆ ਜਾ ਰਿਹਾ ਹੈ, ਬਿਨਾਂ ਇਹ ਸੋਚੇ ਸਮਝੇ ਵੀ ਉਹਦਾ ਆਊਟਪੁੱਟ ਕੀ ਹੋਊਗਾ, ਉਹਦਾ ਰਿਜ਼ਲਟ ਕੀ ਹੋਊਗਾ। ਦੇਖੋ, ਸ਼ਰਾਬ ਸਸਤੀ ਕਰਨ ਦਾ ਜਿਹੜੀ ਗੱਲ ਕਹਿ ਰਹੇ, ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਨਾਅਰਾ ਦਿੰਦੀ ਸੀ ਜੀ ਵੀ ਅਸੀਂ ਨਸ਼ਾ ਖਤਮ ਕਰਨਾ ਹੈ, ਨਸ਼ਾ ਖਤਮ ਕਰਨਾ ਹੈ। PGI ਦੀ ਰਿਪੋਰਟ ਤੋਂ ਬਾਅਦ ਜਿਹੜੀ ਨਵੀਂ ਸਾਡੀ ਰਿਪੋਰਟ ਜਿਹੜੀ ਸਰਕਾਰ ਨੇ ਕੀਤੀ ਹੈ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਪੰਜਾਬ ਦੇ ਵਿੱਚ ਹਰ ਹਫ਼ਤੇ 10 ਤੋਂ ਲੈ ਕੇ 14 ਮੌਤਾਂ ਡਰੱਗਸ ਦੇ ਓਵਰਡੋਜ਼ ਨਾਲ ਹੋ ਰਹੀਆਂ ਜੀ। ਤੇ ਜਿਹੜੇ ਇਹ ਮੁੱਦੇ ਨੇ, ਇਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਅਸੀਂ ਵੀ ਨੌਜਵਾਨ ਪੀੜ੍ਹੀਆਂ, ਕੱਲ ਨੂੰ ਅਸੀਂ ਵੀ ਉਮਰ ਦੇ ਵਿੱਚ ਅੱਗੇ ਜਾਣਾ, ਸਾਡੇ ਬੱਚਿਆਂ ਨੇ ਜਵਾਨ ਹੋਣਾ, ਤੇ ਸਾਨੂੰ ਇੱਕ ਸੁਨਹਿਰੀ ਪੰਜਾਬ ਦਾ ਜਿਹੜਾ ਸੁਪਨਾ ਹੈ ਉਹ ਸਾਰੀਆਂ ਪਾਰਟੀਆਂ ਨੂੰ ਰਲ ਕੇ ਉਹਨੂੰ ਇੱਕ ਸੁਪਨਾ ਸਾਕਾਰ ਕਰਨਾ ਚਾਹੀਦਾ। ਪਰ ਕਿਤੇ ਨਾ ਕਿਤੇ ਪੰਜਾਬ ਨੇ ਜਿਹੜਾ ਇਹਨਾਂ ਨੂੰ ਇੰਨਾ ਵੱਡਾ ਵੋਟਾਂ ਦੇ ਨਾਲ ਜਿਤਾ ਕੇ ਭੇਜਿਆ, ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਪੰਜਾਬ ਦੀ ਭਲਾਈ ਲਈ ਕੰਮ ਕਰੀਏ, ਨਾ ਕਿ ਦਿੱਲੀ ਦੇ ਜਿਹੜੇ ਆਕਾ ਉਹਨਾਂ ਨੂੰ ਖੁਸ਼ ਕਰਨ ਲਈ ਅਸੀਂ ਕੰਮ ਕਰੀਏ। ਤਾਂ ਮੇਰੀ ਹੱਥ ਜੋੜ ਕੇ ਤੁਹਾਡੇ ਚੈਨਲ ਲਈ ਅੱਜ ਆਮ ਆਦਮੀ ਪਾਰਟੀ ਨੂੰ ਬੇਨਤੀ ਹੈ ਵੀ ਆਪਣੇ ਪੰਜਾਬ ਨੂੰ ਦੁਨੀਆ ਦੇ ਵਿੱਚ ਭੰਡਣਾ ਬੰਦ ਕਰੋ। ਤੁਹਾਡੇ ਪੰਜਾਬ ਦੇ ਵਿੱਚ ਮੈਡੀਕਲ ਫੈਸਿਲਿਟੀ ਵੀ ਹੈ, ਤੁਹਾਡੇ ਵਿੱਚ ਐਜੂਕੇਸ਼ਨ ਫੈਸਿਲਿਟੀ ਵੀ ਹੈ, ਤੁਹਾਡੇ ਖਿਡਾਰੀ ਵੀ ਉਮਦਾ ਸਪੋਰਟਸ ਪਰਸਨ ਨੇ, ਪਰ ਤੁਸੀਂ ਦਿੱਲੀ ਦੇ ਆਕਾ ਦੇ ਆਪਣੇ ਖੁਸ਼ ਕਰਨ ਲਈ ਪੰਜਾਬ ਨੂੰ ਨਾ ਭੰਡੋ। ਤੇ ਅਗਰ ਪੰਜਾਬ ਦੇ ਵਿੱਚ ਕੁਝ ਕਮੀਆਂ ਹੈ, ਅਗਰ ਅਸੀਂ ਉਹਨੂੰ ਠੀਕ ਕਰਨਾ ਤੇ ਸਾਰੀ ਪਾਰਟੀਆਂ ਨੂੰ ਨਾਲ ਲੈ ਕੇ ਚੱਲੋ ਤੇ ਆਪਣਾ ਜਿਹੜਾ ਤੁਹਾਨੂੰ ਮੈਂਡੇਟ ਦਿੱਤਾ ਉਸ ਮੈਂਡੇਟ ਨੂੰ ਸਹੀ ਤਰੀਕੇ ਨਾਲ ਨਿਭਾਓ ਤੇ ਲੋਕਾਂ ਲਈ ਤੇ ਪੰਜਾਬ ਦੇ ਲਈ ਕੰਮ ਕਰਕੇ ਦਿਖਾਓ ਜੀ। ਟੀਨਾ ਜੀ, ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਨੂੰ ਰਲ ਕੇ ਕੰਮ ਕਰਨਾ ਪਊਗਾ, ਤੇ ਚਾਹੇ ਕੋਈ ਵੀ ਪਾਰਟੀ ਹੋਵੇ, ਕੋਈ ਵੀ ਪੋਲੀਟੀਕਲ ਤੁਹਾਡੀ ਸੋਚ ਹੋਵੇ, ਉਹ ਜੇ ਤੁਸੀਂ ਰਲ ਕੇ ਚੱਲੋਗੇ ਤਾਂ ਪੰਜਾਬ ਦੇ ਲਈ ਕੰਮ ਕਰੋਗੇ, ਜੇ ਅਲੱਗ ਹੋ ਕੇ ਚੱਲੋਗੇ ਤਾਂ ਆਪਦੀ ਪਾਰਟੀ ਲਈ ਕੰਮ ਕਰੋਗੇ। ਤੇ ਜਿਹੜੀਆਂ ਇਹ ਪਾਲਿਸੀਜ਼ ਬਣ ਰਹੀਆਂ, ਜੇ ਇਹਦੇ ਵਿਰੋਧ ਦੇ ਵਿੱਚ ਸਾਰੀ ਵਿਰੋਧੀ ਧਿਰ ਨੂੰ ਇਕੱਠੇ ਹੋਣਾ ਪੈਂਦਾ ਤਾਂ ਕੀ ਕਾਂਗਰਸ ਤਿਆਰ ਹੈ ਉਹਦੇ ਲਈ? ਬਿਲਕੁਲ। ਦੇਖੋ, ਅੱਜ ਦੀ ਡੇਟ ਦੇ ਵਿੱਚ ਸਾਡੇ ਦੇਸ਼ ਦੇ ਵਿੱਚ BJP ਜਿਹੜੀ ਹੈਗੀ ਉਹ ਵੀ ਵੈਂਡੇਟਾ ਪੋਲਿਟਿਕਸ ਖੇਡਣ ਤੋਂ ਬਾਜ ਨਹੀਂ ਆ ਰਹੀ। ਜਿਸ ਤਰ੍ਹਾਂ ਦੇ ਨਾਲ ਉਹ ਓਪੋਜੀਸ਼ਨ ਦੇ ਜਿੰਨੇ ਲੀਡਰਸ ਨੇ ਜਾਂ ਕੋਈ ਵੀ ਨੇ, ਚਾਹੇ ਕਾਂਗਰਸ ਹੋਏ ਕੋਈ ਵੀ ਪਾਰਟੀ ਹੋਏ, ਉਹਨਾਂ ਤੇ ED ਦੀ ਰੇਡ ਤੜਾਤੜ ਲਗਾਤਾਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। The question is for the BJP ਕਿ ਇਹਨਾਂ ਨੂੰ ਸਾਰੇ ਓਪੋਜੀਸ਼ਨ ਦੇ ਵਿੱਚ ਹੀ ਕਿਉਂ ਕਰਪਟਡ ਲੋਕ ਨਜ਼ਰ ਆ ਰਹੇ ਨੇ? ਇਹਨਾਂ ਦੀ ਕਿਆ ਆਪਣੀ ਪਾਰਟੀ ਦੇ ਵਿੱਚ ਕੋਈ ਵੀ ਐਸਾ ਵਰਕਰ ਨਹੀਂ ਹੈਗਾ ਜਾਂ ਕੋਈ ਵੀ ਐਸਾ ਲੀਡਰ ਨਹੀਂ ਹੈਗਾ ਜਿਹਦੇ ਤੇ ED ਦੀ ਰੇਡਸ ਨਹੀਂ ਕੀਤੀ ਜਾ ਸਕਦੀ? ਰੀਸੈਂਟ ਦੀ ਮੈਂ ਗੱਲ ਕਰ ਰਹੀ ਹਾਂ। ਔਰ ਹੋਰ ਗੱਲ ਇੱਕ ਹੋਰ ਕਹਿਣਾ ਚਾਹਾਂਗੀ, ਅਸ਼ੋਕ ਸਰੀਨ ਜੀ ਨੇ ਕਿਹਾ ਕਿ ਕਾਂਗਰਸ ਦੇ ਟਾਈਮ ਤੇ ਚਿੱਟਾ ਜਿਹੜਾ ਸੀਗਾ ਜਾਂ ਨਸ਼ਾ ਜਿਹੜਾ ਸੀਗਾ ਉਹ ਚੱਲਦਾ ਸੀਗਾ, ਪਰ ਇਹਨਾਂ ਨੇ ਆਪ ਹੀ ਕਿਹਾ ਕਿ ਉਸ ਟਾਈਮ ਤੇ ਕਿੱਲਤ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ। ਦੈਟ ਮੀਨਸ ਕਿ ਸ਼ਾਰਟੇਜ ਸੀਗੀ, ਸ਼ਾਰਟੇਜ ਹੋਣ ਕਰਕੇ ਵਰਕਰ ਜਿਹੜੇ ਹੈਗੇ ਨੇ। ਮੈਂ ਕਿਹਾ ਜੀ ਕਿੱਲਤ ਨਾਲ ਨਹੀਂ ਮਰ ਰਹੇ, ਓਵਰਡੋਜ਼ ਨਾਲ ਮਰੇ ਆ। ਕਿੱਲਤ ਨਾਲ ਹੁਣ ਮਰ ਰਹੇ ਓਵਰਡੋਜ਼ ਨਾਲ ਆਮ ਆਦਮੀ ਪਾਰਟੀ ਦੇ ਨਹੀਂ, ਤੁਸੀਂ ਕਿਹਾ ਆਮ ਆਦਮੀ ਪਾਰਟੀ ਦੇ ਨਾਲ ਹੁਣ ਓਵਰਡੋਜ਼ ਨਾਲ ਮਰ ਰਹੇ ਨੇ। ਅੱਛਾ, ਓਵਰਡੋਜ਼ ਨਾਲ ਹਰ ਸਮੇਂ ਮਰੇ ਨੇ। ਮੈਂ ਤੁਹਾਨੂੰ ਦੋਨਾਂ ਨੂੰ ਵੈਸੇ ਕਰੈਕਟ ਕਰਨਾ ਚਾਹੁੰਦਾ। ਕਿੱਲਤ ਵਾਲੀ ਇੱਕ ਖਬਰ ਦਿਖਾ ਦਿਓ ਪੰਜਾਬ ਦੇ। ਓਵਰਡੋਜ਼ ਨਾਲ ਤੇ ਹਮੇਸ਼ਾ ਹੀ ਮਰੇ। ਮੌਤਾਂ ਹੋਈਆਂ ਆਪਣੇ ਸਾਹਮਣੇ, ਸੱਚਾਈ ਇਹ ਹੈ ਕਿ ਨਸ਼ੇ ਦੇ ਨਾਲ ਮੌਤਾਂ ਹੋਈਆਂ, ਉਹ ਚਾਹੇ ਕਿੱਲਤ ਨਾਲ ਮਰੇ ਆ ਚਾਹੇ ਓਵਰਡੋਜ਼ ਨਾਲ ਮਰੇ ਆ। ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਾਡਾ ਇਹੀ ਹਮੇਸ਼ਾ ਰਿਹਾ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈਗਾ, ਕਿਉਂਕਿ ਜਿੱਥੇ ਉੱਪਰ CM ਬੈਠੇ ਨੇ ਜਾਂ ਕੋਈ ਵੀ ਬੈਠਾ ਹੈ, ਉਹਨੇ ਖੁਦ ਉੱਥੇ ਜਾ ਕੇ ਬਾਰਡਰ ਤੇ ਜਾ ਕੇ ਜਿੱਥੋਂ ਇਹ ਚਿੱਟਾ ਸਪਲਾਈ ਹੁੰਦਾ, ਇਹ ਨਸ਼ਾ ਸਪਲਾਈ ਹੁੰਦਾ, ਉਹਨੇ ਆਪ ਆਪਣੇ ਹੱਥਾਂ ਨਾਲ ਨਹੀਂ ਰੋਕਣਾ। ਉੱਥੇ ਆਫੀਸਰ ਜਿਹੜੇ ਤੈਨਾਤ ਨੇ ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਹੁੰਦੀ ਹੈ। ਉਹਨਾਂ ਵਿੱਚੋਂ ਕੋਈ ਐਸੀ ਕਰਪਸ਼ਨ ਹੁੰਦੀ ਹੈ ਜਿੱਥੇ ਅੱਗੇ ਆ ਕੇ ਸਾਡੀਆਂ ਦੇਸ਼ ਦੀਆਂ ਪਾਰਟੀਆਂ ਸਫਰ ਕਰਦੀਆਂ ਨੇ।
ਨਾਓ ਇਹਨਾਂ ਦੀ ਮੈਂ ਗੱਲ ਕਰਦੀ ਆ, ਅਗਰ ਲਿਕਰ ਪਾਲਿਸੀ ਦੀ ਗੱਲ ਕੀਤੀ ਜਾਏ, ਆਮ ਆਦਮੀ ਪਾਰਟੀ ਦੇ ਸ਼ਿਕੰਜਾ ਕੱਸਿਆ, ਉਹ ਕਲਪ੍ਰਿਟ ਨੇ, ਉਹਨਾਂ ਨੂੰ ਪਕੜਿਆ ਗਿਆ, ਦੈਟ ਇਜ਼ ਓਕੇ। ਬਟ ਵਾਟ ਅਬਾਊਟ ਗੁਜਰਾਤ ਕੇਸ, ਜਿੱਥੇ ਇੱਕ ਅਵੈਧ ਸ਼ਰਾਬ ਦੀ ਇੱਕ ਫੈਕਟਰੀ ਨੂੰ ਫੜਿਆ ਗਿਆ, ਜਿੱਥੇ ਇੱਕ ਦਾਰੂ, ਨਸ਼ੀਲੀ ਦਾਰੂ ਉੱਥੇ ਜਿਹੜੀ ਚਲੀ ਗੁਜਰਾਤ ਦੇ ਵਿੱਚ, ਕਈ ਲੋਕਾਂ ਦੀ ਉੱਥੇ ਮੌਤ ਹੋ ਗਈ, ਉੱਥੇ ਕਾਰਵਾਈ ਕਿਉਂ ਨਹੀਂ ਕਰ ਰਹੀ ਇਹਦੀ? ਉੱਥੇ ਹਜੇ ਤੱਕ ਕੋਈ ਵੀ ਹਲਚਲ ਕਿਉਂ ਨਹੀਂ ਹੋਈ ਗੁਜਰਾਤ ਦੇ ਵਿੱਚ? ਜੀ ਕਿਉਂ? ਅਸ਼ੋਕ ਦ ਜੀ। ਰੀਜ਼ਨ ਬਿਹਾਈਂਡ ਇਟ ਕਿ, ਇੱਕ ਮਿੰਟ ਸਰ, ਮੇਰੀ ਗੱਲ ਜੀ। ਕੰਪਲੀਟ ਨਹੀਂ ਹੋਈ। ਦ ਰੀਜ਼ਨ ਬਿਹਾਈਂਡ ਇਜ਼ ਕਿ ਉੱਥੇ ਹੁਣ ਇਲੈਕਸ਼ਨ ਸਿਰ ਤੇ ਆ ਚੁੱਕੇ ਨੇ, ਇਸ ਕਰਕੇ ਉੱਥੇ ਕੋਈ ਵੀ ਬੀਜੇਪੀ ਜਿਹੜੀ ਹੈਗੀ ਹੈ, ਉੱਥੇ ਕੋਈ ਏਦਾਂ ਦਾ ਐਕਸ਼ਨ ਨਹੀਂ ਲੈਣਾ ਚਾਹੁੰਦੀ। ਦਲਜੀਤ ਸਰ, ਚੀਮਾ ਸਰ ਦਾ ਮੈਂ ਜਵਾਬ ਦੇਣਾ ਚਾਹਾਂਗੀ। ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਨੇ ਆਪਣੀ ਮੈਂਬਰਸ਼ਿਪ ਦਿੱਤੀ ਜਾਂ ਕੋਈ ਵੀ ਅਸਾਈਨਮੈਂਟ ਦਿੱਤੀ ਜਾਂ ਡਿਪਾਰਟਮੈਂਟ ਜਿਹੜਾ ਅਲਾਟ ਕੀਤਾ ਮਨੀਸ਼ ਸਿਸੋਦੀਆ ਨੂੰ, ਸਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗੀ, ਇਸ ਪਾਰਟੀ ਦੇ ਵਿੱਚ ਮੈਂ ਕੁਝ ਵਕਤ ਗੁਜ਼ਾਰਿਆ, ਮੈਂ ਜਾਣਦੀ ਹਾਂ ਚੰਗੀ ਤਰ੍ਹਾਂ ਦੇ ਨਾਲ ਕਿ ਇੱਥੇ ਹਾਈ ਕਮਾਂਡ ਜਿਹੜੀ ਹੈਗੀ ਹੈ ਕਿਸ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੀ। ਮਨੀਸ਼ ਸਿਸੋਦੀਆ ਜੀ ਨੂੰ ਉਹ ਡਿਪਾਰਟਮੈਂਟ ਇਸ ਕਰਕੇ ਦਿੱਤਾ ਗਿਆ ਕਿਉਂਕਿ ਉਹ ਹੋਲੀ ਸੋਲੀ ਇੰਚਾਰਜ ਨੇ ਫੰਡ ਮੈਨੇਜਮੈਂਟ ਕਰਨ ਦੇ ਵਿੱਚ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਸ ਟਾਈਮ ਪਾਲਿਸੀ ਨੂੰ ਇਸ ਤਰੀਕੇ ਨਾਲ ਐਗਜ਼ੀਕਿਊਟ ਕੀਤਾ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਸਿਰ ਤੇ ਸੀਗੇ, ਔਰ ਲੋਕ ਕਹਿੰਦੇ ਨੇ ਉਸ 12% ਦੇ ਪ੍ਰੋਫਿਟ ਦੇ ਵਿੱਚੋਂ 8% ਜਿਹੜਾ ਪ੍ਰੋਫਿਟ ਹੈਗਾ, ਉਹ 8% ਦਾ ਜਿਹੜਾ ਕਪਲਾ ਹੈਗਾ, ਉਹਨਾਂ ਪੈਸਿਆਂ ਨੂੰ ਪੰਜਾਬ ਦੇ ਵਿੱਚ ਲਾਇਆ ਗਿਆ। ਇਹ ਲੋਕ ਕਹਿ ਰਹੇ ਨੇ, ਇਹ ਦਿੱਲੀ ਦੇ ਲੋਕ ਕਹਿ ਰਹੇ ਨੇ। ਔਰ ਇਸੇ ਤਰ੍ਹਾਂ ਦੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਉਹ ਪਾਲਿਸੀ ਜਿਹੜੀ ਹੈ 5 ਤੋਂ 10% ਵਧਾਈ ਗਈ ਹੈ। ਤੁਸੀਂ ਦੇਖ ਸਕਦੇ ਹੋ ਸਰ, ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਇਲੈਕਸ਼ਨ ਸਿਰ ਤੇ ਖੜੇ ਨੇ, ਇਹ ਦੁਬਾਰਾ ਤੋਂ ਇਹ ਇੰਪਲੀਮੈਂਟ ਕਰਨ ਦੀ ਪਾਲਿਸੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇਹਨਾਂ ਪੈਸਿਆਂ ਨੂੰ ਅਸੀਂ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ। ਔਰ ਇੱਕ ਗੱਲ ਹੋਰ ਕਹਿਣਾ ਚਾਹਾਂਗੀ, ਪਹਿਲੀ ਸਰਕਾਰ ਦੇ ਵਿੱਚ ਕੋਟਾ ਹੁੰਦਾ ਸੀਗਾ ਲਿਕਰ ਦਾ ਕਿ ਇੰਨਾ ਪਰਸੈਂਟ ਕੋਟਾ ਹੀ ਤੁਸੀਂ ਜਿਹੜਾ ਹੈ ਡਿਸਟ੍ਰੀਬਿਊਟ ਕਰ ਸਕਦੇ ਹੋ। ਹੁਣ ਆਮ ਆਦਮੀ ਪਾਰਟੀ ਨੇ ਓਪਨ ਕੋਟਾ ਕਰ ਦਿੱਤਾ ਇੰਗਲਿਸ਼ ਵਾਈਨ ਦੇ ਉੱਤੇ, ਉਹਦੇ ਵਿੱਚ ਸਿਰਫ ਉਹਨਾਂ ਨੂੰ ਪ੍ਰੋਫਿਟ ਲੈਣ ਦਾ ਮਤਲਬ ਹੈ, ਬਾਕੀ ਉਨੀ ਜਿੰਨੀ ਚੋਰੀ ਚੱਲਣੀ ਹੈ, ਮਾਫੀਆ ਨੂੰ ਬੜਾਵਾ ਦੇਣ ਵਾਲੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਸੋ ਵੈਂਡੇਟਾ ਪੋਲਿਟਿਕਸ ਤਾਂ ਪਹਿਲਾਂ ਹੀ ਚੱਲ ਰਹੀ ਹੈ, ਰਲ ਕੇ ਕੰਮ ਕਰਨਾ ਇਹ ਸਿਰਫ ਗੱਲਾਂ ਹੀ ਨੇ। ਕੋਈ ਇਨੀਸ਼ੀਏਟਿਵ ਲੈਣ ਲਈ ਤਿਆਰ ਤਾਂ ਹੋਵੇ, ਕੋਈ ਕਰਨ ਲਈ ਤਿਆਰ ਤਾਂ ਹੋਵੇ। ਇਹ ਵੈਂਡੇਟਾ ਪੋਲਿਟਿਕਸ ਨੂੰ ਖਤਮ ਤੇ ਕੀਤਾ ਜਾਏ, ਐਕਚੁਅਲ ਦੇ ਵਿੱਚ ਮੁੱਦੇ ਜਿਹੜੇ ਹੈਗੇ ਨੇ ਉਹ ਪ੍ਰੈਜ਼ੈਂਟ ਤਾਂ ਕੀਤੇ ਜਾਣ ਤਾਂ ਕਿ ਸਾਡੀ ਜਿਹੜੀ ਸਟੇਟ ਹੈ, ਸਾਡੇ ਸੂਬੇ ਦਾ ਪੈਸਾ ਬਾਹਰ ਦੀਆਂ ਸਟੇਟਸ ਦੇ ਵਿੱਚ ਕਿਉਂ ਜਾ ਰਿਹਾ ਹੈ? ਉਹ ਕਿਹਨਾਂ ਨੇ ਇਹਨਾਂ ਨੂੰ ਹੱਕ ਦਿੱਤਾ? ਮਨੀਸ਼ ਸਿਸੋਦੀਆ ਜੀ ਕੇਜਰੀਵਾਲ ਦੇ ਬਹੁਤ ਕਲੋਜ਼ ਨੇ, ਇਸੇ ਕਰਕੇ ਉਹਨਾਂ ਨੂੰ ਇਹ ਡਿਪਾਰਟਮੈਂਟ ਇਸ ਪਾਲਿਸੀ ਨੂੰ ਚੇਂਜ ਕਰਨ ਲਈ ਦਿੱਤੀ ਗਈ। ਔਰ ਗੁਜਰਾਤ ਦੀ ਗੱਲ ਕੀਤੀ ਜਾਵੇ, ਅੱਜ ਦੀ ਡੇਟ ਦੇ ਵਿੱਚ ਤੁਸੀਂ ਚੈੱਕ ਕਰਵਾ ਲਓ, ਪਤਾ ਕਰਵਾ ਲਓ, ਪੰਜਾਬ ਦੇ 20 ਤੋਂ 30 ਐਮਐਲਏਜ਼, ਪ੍ਰੈਜ਼ੈਂਟ ਐਮਐਲਏਜ਼ ਅੱਜ ਗੁਜਰਾਤ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ, ਉੱਥੇ ਜਾ ਕੇ ਪ੍ਰਮੋਸ਼ਨਾਂ ਕਰ ਰਹੇ ਨੇ। ਕਿਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਗੁਜਰਾਤ ਦੇ ਵਿੱਚ ਕੰਮ ਕਰਨ ਲਈ ਵੋਟਾਂ ਪਾਈਆਂ? ਕਿਆ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਉੱਥੇ ਜਾ ਕੇ ਜਾਂ ਹਿਮਾਚਲ ਦੇ ਵਿੱਚ ਜਾ ਕੇ ਕੰਮ ਕਰਨ ਲਈ ਵੋਟਾਂ ਪਾਈਆਂ? ਕਿਉਂ ਨਹੀਂ ਇੱਥੇ ਇੱਕ ਪਾਲਿਸੀ ਇੱਕ ਪਾਰਟਿਕੂਲਰ ਬਣਾਇਆ ਜਾਂਦਾ, ਇੱਕ ਜਾਂ ਦੋ ਬੰਦੇ ਦੀ ਡਿਊਟੀ ਲਗਾਈ ਜਾਂਦੀ? ਇਹ ਕਿਉਂ 25 ਤੋਂ 30 ਐਮਐਲਏਜ਼ ਕਿਆ ਮਾਇਨੇ ਰੱਖਦੇ? ਉਹਨਾਂ ਹਲਕਿਆਂ ਦੇ ਲੋਕ ਸਫਰ ਨਹੀਂ ਹੋ ਰਹੇ ਜਿਹਦੇ ਵਿੱਚ ਉਹਨਾਂ ਐਮਐਲਏ ਨੇ ਡਿਸੀਜਨ ਲੈਣਾ? ਸੋ ਲੋਟ ਆਫ ਥਿੰਗਸ ਆਰ देयर। ਵੈਂਡੇਟਾ ਪੋਲਿਟਿਕਸ ਹੈਗੀ ਹੈ, ਉਸ ਚੀਜ਼ ਨੂੰ ਖਤਮ ਕਰਕੇ ਆਈ ਥਿੰਕ ਸਾਨੂੰ ਉਹਨਾਂ ਇਨੀਸ਼ੀਏਟਿਵ ਲੈਣਾ ਚਾਹੀਦਾ। ਰਹੀ ਗੱਲ ਐਨਆਈ ਏਜੰਸੀ ਦੀ, ਸਰ ਨੇ ਕਿਹਾ ਉਹਨਾਂ ਦਾ ਕੀ ਲੋੜ ਸੀਗੀ? ਐਨਆਈ ਏਜੰਸੀ ਇਸ ਲਈ ਹੈ ਕਿਉਂਕਿ ਪੰਜਾਬ ਦੇ ਵਿੱਚ ਅਗਰ ਕਿਸੇ ਚੀਜ਼ ਦੇ ਵਿੱਚ ਕੋਰਟ ਦੇ ਵਿੱਚ ਜਾਂ ਫਿਰ ਤੁਹਾਨੂੰ ਪ੍ਰਸ਼ਾਸਨ ਕੋਈ ਪ੍ਰੋਪਰ ਢੰਗ ਦੇ ਨਾਲ ਸਰ ਤੁਹਾਨੂੰ ਕੋਈ ਕਹਿ ਲਓ ਕਿ ਇਨਸਾਫ ਨਹੀਂ ਦਿਲਾਉਂਦਾ, ਉਹਦੇ ਵਿੱਚ ਪੰਜਾਬ ਨੇ ਜਾਂ ਦੇਸ਼ ਦੇ ਵਿੱਚ ਸਾਡੇ ਇੱਕ ਆਰਟੀਆਈ ਦੀ ਇੱਕ ਉਹ ਨਿਕਲੀ ਹੋਈ ਹੈ ਕਿ ਅਸੀਂ ਆਰਟੀਆਈ ਪਾ ਕੇ ਹਰ ਚੀਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਇਸੇ ਤਰ੍ਹਾਂ ਦੇ ਨਾਲ ਸਾਨੂੰ ਇਹਨਾਂ ਦੀ ਇਨਕੁਆਇਰੀ ਦੇ ਉੱਤੇ ਤੇ ਕੋਈ ਯਕੀਨ ਹੈ ਨਹੀਂ ਹੈ, ਇਸੇ ਲਈ ਅਸੀਂ ਐਨਆਈ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਚੰਗੇ ਢੰਗ ਦੇ ਨਾਲ ਇਹਦੇ ਵਿੱਚ ਜਨਤਕ ਤੌਰ ਤੇ ਹਰ ਚੀਜ਼ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਆ ਸਕੇ ਕਿ ਕਿੱਥੇ ਐਕਚੁਅਲ ਦੇ ਵਿੱਚ ਜਿਹੜਾ ਹੈਗਾ, ਜਿਹੜਾ ਪੈਸਾ ਨੂੰ ਸਫਰ ਹੋਇਆ, ਸੂਬਿਆਂ ਦੇ ਪੈਸਾ ਔਰ ਕਰਪਸ਼ਨ ਦਾ ਪੈਸਾ ਕਿੱਥੇ ਕਿੱਥੇ ਯੂਟਿਲਾਈਜ਼ ਹੋਇਆ। ਇਹ ਆਰੋਪ ਸਾਰੀਆਂ ਪਾਰਟੀਆਂ ਤੇ ਲੱਗਦੇ ਰਹੇ ਆ। ਕੋਈ ਵੀ ਪਾਰਟੀ ਹੋਵੇ ਪਾਵਰ ਦੇ ਵਿੱਚ, ਜਦੋਂ ਵੀ ਪਾਰਟੀ ਹੁੰਦੀ ਆ, ਉਹ ਪਬਲਿਕ ਦੇ ਪੈਸੇ ਦਾ ਉਪਯੋਗ ਕਿੱਥੇ ਕਰਦੇ ਤੇ ਦੁਰਉਪਯੋਗ ਕਿੱਥੇ ਕਰਦੇ ਆ, ਇਹ ਆਰੋਪ ਹਰ ਵਾਰੀ ਹਰ ਪਾਰਟੀ ਤੇ ਲੱਗਦੇ ਆ, ਚਾਹੇ ਨੈਸ਼ਨਲ ਲੈਵਲ ਹੋਵੇ ਚਾਹੇ ਸਟੇਟ ਲੈਵਲ ਹੋਵੇ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ 'ਚ ਵੀ ਇਹ ਲੱਗਦਾ ਰਿਹਾ ਕਿ ਐਡਵਰਟੀਜ਼ਮੈਂਟ ਤੇ ਉਹਨਾਂ ਨੇ ਪੈਸਾ ਲਗਾਤਾ, ਪਬਲਿਕ ਮਨੀ ਐਡਵਰਟੀਜ਼ਮੈਂਟ ਤੇ ਲਗਾਈ ਹੈ ਜਿਹੜੀ ਕਿ ਕਿਸੇ ਦੇ ਕੰਮ ਨਹੀਂ ਆ ਰਹੀ। ਬੇਤੁਕੀਆਂ ਬੇਲੋੜੇ ਖਰਚੇ ਕੀਤੇ ਜਾਂਦੇ ਆ। ਇਹ ਹਰੇਕ ਪਾਰਟੀ ਤੇ ਲੱਗਦਾ ਔਰ ਕੋਈ ਵੀ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਸਾਡੀ ਪਾਰਟੀ ਤੇ ਇਹੋ ਜਿਹੇ ਕੋਈ ਆਰੋਪ ਨਹੀਂ ਲੱਗੇ। ਤੇ ਅਸ਼ੋਕ ਜੀ, ਤੁਹਾਡੇ ਤੋਂ ਆਖਰੀ ਸਵਾਲ ਆਪਾਂ ਇਹ ਲੈਂਦੇ ਆ, ਜਿਹੜੇ ਆਰੋਪ ਲੱਗੇ ਆ ਇਹ ਆਰੋਪ ਗੰਭੀਰ ਵੀ ਹੈ ਕਿਉਂਕਿ ਪੂਰੇ ਦੇਸ਼ ਦਾ ਮੀਡੀਆ, ਪੂਰੇ ਦੇਸ਼ ਦੇ ਵਿੱਚ ਵਿਰੋਧੀ ਧਿਰਾਂ ਇਹੀ ਕਹਿੰਦੀਆਂ ਨੇ ਕਿ ਜੀ ਬੀਜੇਪੀ ਵੀ ਵੈਂਡੇਟਾ ਪੋਲਿਟਿਕਸ ਕਰਦੀ ਹੈ। ਇਹ ਆਰੋਪ ਹਮੇਸ਼ਾ ਹੀ ਲੱਗਦੇ ਆ ਰਹੇ ਨੇ ਕਿਉਂਕਿ ਜਿਹੜੀ ਵੀ ਗੱਲ ਇਹਨਾਂ ਨੇ ਕੀਤੀ ਕਿ ਪੰਜਾਬ ਦੇ ਐਮਐਲਏ ਜੇ ਗੁਜਰਾਤ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ
ਉਹ ਪਬਲਿਕ ਮਨੀ ਹੈ, ਪਬਲਿਕ ਮਨੀ ਉੱਥੇ ਸਪੈਂਡ ਕਰਦੇ ਆ। ਤੇ ਬੀਜੇਪੀ ਦੇ ਵੀ ਐਮਐਲਏ ਮੈਨੂੰ ਲੱਗਦਾ ਮੈਕਸਿਮਮ ਸਟੇਟਸ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਹਰੇਕ ਜਗ੍ਹਾ ਜਾ ਕੇ ਜਿੱਥੇ ਵੀ ਇਲੈਕਸ਼ਨ ਹੁੰਦਾ ਹਰੇਕ ਪਾਰਟੀ ਫੋਰਸਫੁਲੀ ਕੰਮ ਕਰਦੀ ਹੈ। ਅਕਾਲੀ ਦਲ ਸਿਰਫ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਕੰਮ ਕਰਦੀ ਹੈ। ਕਾਂਗਰਸ ਤੇ ਬੀਜੇਪੀ ਨੈਸ਼ਨਲ ਪਾਰਟੀਆਂ ਨੇ ਤੇ ਆਪਦੇ ਸਾਰੇ ਲੀਡਰਸ ਨੂੰ ਹਰ ਜਗ੍ਹਾ ਤੇ ਫੋਰਸਫੁਲੀ ਉਹ ਪੂਰਾ ਪ੍ਰਚਾਰ ਕਰਦੇ ਆ। ਤੇ ਉਹ ਵੀ ਪਬਲਿਕ ਮਨੀ ਹੈ, ਉਹ ਵੀ ਪਬਲਿਕ ਦਾ ਹੀ ਪੈਸਾ ਹੈ ਤੇ ਉਹ ਖਰਚ ਹੁੰਦਾ। ਤੇ ਜਿਹੜੇ ਵੈਂਡੇਟਾ ਪੋਲਿਟਿਕਸ ਦੇ ਜਿਹੜੀ ਈਡੀ ਦੀਆਂ ਰੇਡਸ ਔਰ ਸੀਬੀਆਈ ਦੀਆਂ ਰੇਡਸ ਤੇ ਇਹ ਡਰਾਉਣ ਧਮਕਾਉਣ ਦੇ ਆਰੋਪ ਜਿਹੜੇ ਲੱਗਦੇ ਆ, ਉਹਦੇ ਤੇ ਕੀ ਕਹੋਗੇ ਸਰ? ਮੈਂ ਅੱਜ ਜੀ ਨੇ ਈਡੀ ਔਰ ਐਨਆਈ ਗੱਲ ਕੀਤੀ ਹੈ, ਇਨਕੁਆਇਰੀ ਦੀ ਡਿਮਾਂਡ ਕੀਤੀ ਹੈ, ਕੱਲ ਬਾਜਵਾ ਜੀ ਨੇ ਕੀਤੀ ਹੈ। ਦੇਖੋ ਜਦੋਂ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਉਦੋਂ ਈਡੀ ਮਾੜੀ ਹੈ ਜੀ। ਇਹ ਹੁਣ ਕਹਿੰਦੇ ਆਮ ਆਦਮੀ ਪਾਰਟੀ ਤੇ ਈਡੀ ਜਾਵੇ। ਪਹਿਲਾਂ ਤਾਂ ਇਹ ਆਪਣੇ ਆਪ ਚ ਕਨਫਿਊਜ਼ ਨੇ ਕਿ ਈਡੀ ਔਰ ਐਨਆਈਏ ਠੀਕ ਹੈ ਕਿ ਨਹੀਂ ਠੀਕ ਹੈ ਜੀ। ਨਹੀਂ, ਈਡੀ ਦਾ ਤਰੀਕਾ ਗਲਤ ਸੀਗਾ, ਇਸ ਲਈ ਅਸੀਂ ਮੁੱਦਾ ਚੁੱਕਿਆ। ਨਹੀਂ, ਈਡੀ ਦਾ ਤਰੀਕਾ ਗਲਤ ਸੀਗਾ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਵਾਰੰਟ ਇਸ਼ੂ ਹੁੰਦੇ ਨੇ, ਇੰਟਰੋਗੇਸ਼ਨ ਹੁੰਦੀ ਹੈ। ਤੁਸੀਂ ਗੱਲ ਸੁਣੋ ਟੀਨਾ ਜੀ, ਇੱਕ ਇੱਕ ਕਰਕੇ ਗੱਲ ਸੁਣ ਲੈਂਦੇ ਆਪਾਂ। ਮੈਂ ਇੱਕ ਚੀਜ਼ ਦਾ ਆਨਸਰ ਦੇਣਾ ਚਾਹੁੰਦੀ ਹਾਂ। ਈਡੀ ਨੇ ਇੰਟਰੋਗੇਸ਼ਨ ਨਹੀਂ ਕੀਤੀ, ਈਡੀ ਨੇ ਕੋਈ ਵਾਰੰਟ ਇਸ਼ੂ ਨਹੀਂ ਕੀਤਾ। ਉਹਨਾਂ ਨੂੰ ਧੱਕੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਉਠਾ ਕੇ ਲੈ ਕੇ ਗਏ, ਇਸ ਤੇ ਵਿਰੋਧ ਹੋਇਆ। ਈਡੀ ਤੇ ਸਾਡਾ ਕੋਈ ਵਿਰੋਧ ਨਹੀਂ ਹੈ। ਜਿਹੜਾ ਉਹਨਾਂ ਨੇ ਹਰਕਤ ਕੀਤੀ ਹੈ ਰੀਸੈਂਟ ਪ੍ਰੈਸ਼ਰਾਈਜ਼ ਦੇ ਨਾਲ, ਨੂੰ ਕਦੋਂ ਚੱਕ ਕੇ ਲੈ ਕੇ ਗਏ? ਵਿਜੀਲੈਂਸ ਦੀ ਗੱਲ ਕਰ ਰਹੇ ਹਾਂ, ਵਿਜੀਲੈਂਸ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਦੋਂ ਚੱਕ ਕੇ ਲੈ ਕੇ ਉਹ ਗੱਲ ਕੀਤੀ। ਚਲੋ ਇਹ ਗੱਲ ਵੀ ਆਪਾਂ ਕਰਾਂਗੇ। ਇਹ ਦੇਖੋ ਜਿਹੜੇ ਉਹਨਾਂ ਨੇ ਆਰੋਪ ਲਗਾਇਆ, ਗੰਭੀਰ ਆਰੋਪ ਲਗਾਇਆ, ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਕਿਸੇ ਲੀਡਰ ਤੇ ਕਿਉਂ ਨਹੀਂ ਈਡੀ ਦੀ ਰੇਡ ਪੈਂਦੀ? ਕੀ ਬੀਜੇਪੀ ਦੇ ਵਿੱਚ ਸਾਰੇ ਕਲੀਨ ਨੇ? ਤੁਸੀਂ ਦੱਸੋ, ਜੇ ਕੋਈ ਗਲਤ ਹੈ ਅਸੀਂ ਤਾਂ ਕਹਿੰਦੇ ਨਹੀਂ, ਜੇ ਕੋਈ ਗਲਤ ਹੈ ਉਹਦਾ ਘਟਾਲਾ ਸਾਹਮਣੇ ਲੈ ਕੇ ਆਓ ਜੀ, ਔਨ ਰਿਕਾਰਡ ਲੈ ਕੇ ਆਓ, ਸਾਡੀ ਸਰਕਾਰ ਕਾਰਵਾਈ ਕਰੇਗੀ। ਹੁਣ ਮੈਂ ਅਗਲੀ ਗੱਲ, ਇਹਨਾਂ ਨੇ ਗੁਜਰਾਤ ਦੇ ਨਾਲ ਕੰਪੈਰੀਜ਼ਨ ਕੀਤਾ ਪੰਜਾਬ ਦਾ। ਅਸ਼ੋਕ ਜੀ, ਤੁਸੀਂ ਹੁਣ ਇੱਕ ਗੱਲ ਕਹੀ ਹੈ ਵੀ ਜੇ ਕੋਈ ਘਟਾਲਾ ਕੋਈ ਅੱਗੇ ਲੈ ਕੇ ਆਂਦਾ ਤੇ ਸੈਂਟਰ ਦੀ ਸਰਕਾਰ ਉਹਦੇ ਤੇ ਜਾਂਚ ਕਰੇਗੀ। ਦੇਖੋ, ਅਕਾਲੀ ਦਲ ਨੇ ਵੀ ਮੈਮੋਰੈਂਡਮ ਗਵਰਨਰ ਨੂੰ ਦਿੱਤਾ ਹੈ ਤੇ ਕਾਂਗਰਸ ਨੇ ਵੀ ਦਿੱਤਾ ਹੈ। ਚਲੋ ਅੱਜ ਅਸੀਂ ਇਸ ਮੀਡੀਆ ਦੇ ਰਾਹੀਂ ਤੁਹਾਨੂੰ ਬੇਨਤੀ ਕਰ ਦਿੰਦੇ ਹਾਂ, ਦੇਖੋ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਸੀਬੀਆਈ ਨੇ ਰੇਡ ਕੀਤੀ ਤੇ ਉਹ ਗਲਤ ਪਾਈ ਗਈ, ਉਹੀ ਪਾਲਿਸੀ ਪੰਜਾਬ ਦੇ ਵਿੱਚ ਹੈ ਤੇ ਹਲੇ ਤੱਕ ਸੀਬੀਆਈ ਨੇ ਇਹਦੀ ਜਾਂਚ ਕਿਉਂ ਨਹੀਂ ਸ਼ੁਰੂ ਕੀਤੀ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਜਿਸ ਵਿਜੇ ਨਾਇਰ ਦਾ ਨਾਮ ਸੁਖਬੀਰ ਬਾਦਲ ਜੀ ਨੇ ਲਿੱਤਾ ਤੇ ਉਹ ਆਲਰੇਡੀ ਅਕਿਊਜ਼ਡ ਨੰਬਰ 4 ਇਨ ਦਿੱਲੀ। ਵਿਜੇ ਨਾਇਰ ਦਾ ਨਾਮ ਬੀਜੇਪੀ ਦੀ ਸਰਕਾਰ ਦੇ ਵਿੱਚ ਜਿਹੜੀ ਸੀਬੀਆਈ ਕੰਮ ਕਰ ਰਹੀ ਹੈ, ਈਡੀ ਕਰ ਰਹੀ ਹੈ, ਉਹਨਾਂ ਨੇ ਆਲਰੇਡੀ ਉਹਦੇ ਤੇ ਪਰਚਾ ਦਰਜ ਕੀਤਾ ਹੋਇਆ ਤੇ ਪੰਜਾਬ ਦੇ ਵਿੱਚ ਵੀ ਤਾਂ ਅਸੀਂ ਕੋਈ ਵਿਨ ਡਾਟਾ ਪੋਲਿਟਿਕਸ ਨਹੀਂ ਕਰਨੀ। ਦੇਖੋ, ਜਾਂ ਤਾਂ ਇਹ ਕਹੋ ਕਿ ਬੀਜੇਪੀ ਨੇ ਕਿਹਾ ਅਸੀਂ ਜਾਂਚ ਨਹੀਂ ਕਰਾਣੀ, ਅਸੀਂ ਤੁਸੀਂ ਦੇਤੀ ਹੈ, ਤੁਹਾਡੇ ਸਾਹਮਣੇ ਜਾਂਚ ਹੀ ਨਹੀਂ ਹੋਏਗੀ, ਰਿਜ਼ਲਟ ਮਿਲੇਗਾ ਜੀ। ਔਰ ਮੇਰੇ ਤੋਂ ਪਹਿਲਾਂ ਕਾਂਗਰਸ ਦੇ ਪ੍ਰਵਕਤਾ ਬੋਲ ਰਹੇ ਸੀ ਡਿਸਟਿਲਰੀ ਜੀ ਸ਼ਰਾਬ, ਮੈਂ ਹੁਣ ਗੱਲ ਕੌੜੀ ਜ਼ਰੂਰ ਹੈ, ਇਹਨਾਂ ਨੂੰ ਕੌੜੀ ਲੱਗੇਗੀ। 150 ਬੰਦੇ ਜ਼ਹਿਰੀਲੀ ਸ਼ਰਾਬ ਨਾਲ ਕਿਹਦੀ ਸਰਕਾਰ ਚ ਮਰੇ? ਕਾਂਗਰਸ ਦੀ ਸਰਕਾਰ ਚ ਮਰੇ। ਇਲੀਗਲ ਡਿਸਟਿਲਰੀਆਂ ਚੱਲਦੀਆਂ ਸੀ ਕੋਵਿਡ ਦੇ ਦੌਰਾਨ, ਇਹਨਾਂ ਦੇ ਮੰਤਰੀ ਆਪਸ ਚ ਲੜੇ, ਚੀਫ ਸੈਕਟਰੀ ਕਰਨ ਅਵਤਾਰ ਸਿੰਘ ਜੀ ਨੂੰ ਜਾਣਾ ਪੈ ਗਿਆ, ਛੱਡਣੀ ਪੈ ਗਈ, ਚੀਫ ਸੈਕਟਰੀ ਬਦਲਣਾ ਪੈ ਗਿਆ। ਉਹ ਕਿਹਦੇ ਨਾਮ ਤੋਂ, ਕਿਹਦੇ ਰਾਜ ਚ ਸੀ? ਕਾਂਗਰਸ ਦੇ ਰਾਜ ਸੀ। ਅੱਜ ਭ੍ਰਸ਼ਟਾਚਾਰ ਚ ਭਾਰਤ ਭੂਸ਼ਣ ਆਸ਼ੂ ਜੀ ਫੜੇ ਜਾ ਰਹੇ ਹੈ, ਜਾਂ ਸਾਧੂ ਸਿੰਘ ਧਰਮਸੋਤ ਜੀ ਐਸਸੀ ਬੱਚਿਆਂ ਦੇ ਪੈਸੇ ਖਾ ਗਏ, ਔਰ ਇਹਨਾਂ ਦੇ ਹੋਰ ਮੰਤਰੀਆਂ ਦੇ ਉੱਤੇ ਪਰਚੇ ਹੋ ਰਿਹਾ। ਉਹ ਕਿਹਦੀ ਸਰਕਾਰ ਚ ਹੋ ਰਿਹਾ? ਭ੍ਰਸ਼ਟਾਚਾਰ ਤੇ ਕਾਂਗਰਸ ਨਾ ਹੀ ਗੱਲ ਕਰੇ, ਨਸ਼ੇ ਦੇ ਉੱਤੇ ਨਾ ਹੀ ਗੱਲ ਕਰੇ ਤਾਂ ਵਧੀਆ। ਫਿਰ ਮੈਂ ਕੱਲ ਜਿਹੜੀ ਅਗਲੀ ਗੱਲ ਹੈ, ਆਮ ਆਦਮੀ ਪਾਰਟੀ ਦਾ ਅੱਜ ਦਾ ਵਿਸ਼ੇ ਹੈ, ਅਮਨਦੀਪ ਜੀ, ਆਮ ਆਦਮੀ ਪਾਰਟੀ ਨੇ ਸ਼ਰਾਬ ਪਾਲਿਸੀ ਜਿਹੜੀ ਪੰਜਾਬ ਚ ਨਵੀਂ ਲਿਆਂਦੀ, ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਪੰਜਾਬ ਦੀ ਉਹ ਧਰਤੀ ਸੀ ਜਿਹੜੀ 5 ਦਰਿਆ ਦੀ ਧਰਤੀ ਸੀ, ਜਿੱਥੇ ਬਾਬੇ ਨਾਨਕ ਦੇ ਲੰਗਰ ਲੱਗਦੇ ਸੀ, 24 ਘੰਟੇ ਖਾਣਾ ਮਿਲਦਾ ਸੀ। ਅੱਜ ਰਾਤ ਨੂੰ 11 ਵਜੇ ਰੈਸਟੋਰੈਂਟ ਬੰਦ ਹੈ ਤਾਂ ਸ਼ਰਾਬ ਦੇ ਠੇਕੇ 24 ਘੰਟੇ ਖੁੱਲਣ ਦੀ ਪ੍ਰੋਵੀਜ਼ਨ ਆ ਗਈ ਹੈ। ਤੁਸੀਂ ਦੇਖ ਲਓ, ਰੇਲਵੇ ਸਟੇਸ਼ਨਾਂ ਦੇ ਬਾਹਰ, ਬੱਸ ਅੱਡਿਆਂ ਦੇ ਬਾਹਰ 24 ਘੰਟੇ ਠੇਕੇ ਖੁੱਲੇ ਆ, ਰੋਟੀ ਦੇ ਢਾਬੇ ਬੰਦ ਹੁੰਦੇ ਆ ਔਰ ਸ਼ਰਾਬ ਦੇ ਠੇਕੇ ਖੁੱਲੇ ਆ। ਪੰਜਾਬ 'ਚ ਐਜੂਕੇਸ਼ਨ ਦੇ ਸਕੂਲ ਬੰਦ ਹੋ ਰਹੇ ਆ, ਸ਼ਰਾਬ ਦੇ ਠੇਕੇ ਗਲੀ ਗਲੀ ਖੁੱਲ ਰਿਹਾ। ਔਰ ਜਿਹੜਾ ਸਭ ਤੋਂ ਜਿਹੜਾ ਦੁਖਦਾਈ ਕੰਮ ਅੱਜ ਪੰਜਾਬ 'ਚ ਹੋ ਰਿਹਾ, ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸੁਪਰ ਸਪੈਸ਼ਲਿਸਟ ਦੱਸ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਲੈ ਕੇ ਗਈ ਸੀ, ਪੰਜਾਬ ਦੇ ਲੋਕਾਂ ਨੂੰ ਠੱਗ ਕੇ ਗਈ ਸੀ, ਅੱਜ ਉਹ ਭੱਜਦੀ ਨਜ਼ਰ ਆ ਰਹੀ ਹੈ। ਉਹ ਇਸ ਚੀਜ਼ ਦਾ ਸਬੂਤ ਹੈ ਕਿ ਲੋਕ ਜਿਹੜੇ ਹੈ ਉਹਨਾਂ ਦਾ ਸੁਣਨਾ ਚਾਹੁੰਦੇ, ਮੀਡੀਆ ਪੁੱਛਣਾ ਚਾਹੁੰਦਾ, ਅਸੀਂ ਦੇਖਣਾ ਚਾਹੁੰਦੇ ਆ, ਲੋਕ ਸੁਣਨਾ ਚਾਹੁੰਦੇ ਆ।
ਜਿਹਦੇ ਬਿਲਕੁਲ। ਉੱਤੇ ਅੱਜ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ, ਉਹ ਸਾਹਮਣਾ ਕਰਨ ਤੋਂ ਘਬਰਾ ਰਹੇ ਹੈ। ਔਰ ਜੀ। ਸਾਰੀਆਂ ਪਾਰਟੀਆਂ ਦੇਖੋ ਇਸ ਵਿਸ਼ੇ ਦੇ ਉੱਤੇ ਸਪੈਸੀਫਿਕਲੀ ਐਕਸਾਈਜ਼ ਪਾਲਿਸੀ ਜਿਹੜੀ 2022 ਦੀ ਆਮ ਆਦਮੀ ਪਾਰਟੀ ਦੇ ਉੱਤੇ, ਕਾਂਗਰਸ, ਆਮ ਆਦਮੀ ਪਾਰਟੀ ਦੇ ਖਿਲਾਫ ਅਕਾਲੀ ਦਲ, ਅਸੀਂ ਸਾਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਕੰਮ ਕਰਾਂਗੇ। ਜਿਹੜੇ ਦੋਸ਼ੀ ਹੋਣਗੇ, ਜਿਹੜੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਗੇ ਜਾਂ ਜੀ। ਮਰਵਾਣਗੇ ਜਾਂ ਪਾਲਿਸੀਆਂ ਬਣਾਉਣਗੇ, ਉਹਨਾਂ ਜੀ। ਦੇ ਖਿਲਾਫ ਕਾਰਵਾਈ ਕਰਨ 'ਚ ਅਸੀਂ ਰਾਜਨੀਤਿਕ ਹਿੱਤਾਂ ਤੋਂ ਉੱਪਰ ਉੱਠ ਕੇ ਕਦਮ ਨਾ ਕਦਮ ਲਾ ਕੇ ਕੰਮ ਕਰਾਂਗੇ, ਕਿਉਂਕਿ ਇਹ ਮੁੱਦਾ ਪੰਜਾਬ ਨੂੰ ਬਚਾਉਂਦਾ ਹੈ, ਬਿਲਕੁਲ। ਪੰਜਾਬ ਨੂੰ ਕਰਜ਼ੇ ਚੋਂ ਬਚਾਉਂਦਾ ਹੈ, ਪੰਜਾਬ ਨੂੰ ਨਸ਼ੇ ਚੋਂ ਬਚਾਉਂਦਾ ਹੈ, ਲੋਕਾਂ ਨੂੰ ਇਸ ਮਾਈਨਿੰਗ ਮਾਫੀਆ ਤੋਂ ਬਚਾਉਂਦਾ ਹੈ। ਅੱਜ ਇੱਕ ਵੀ ਜਿੰਨੇ ਮਾਫੀਆ ਦੇ ਨਾਮ ਲੈਂਦੇ ਸੀ, ਅੱਜ ਉਵੇਂ ਦਾ ਉਵੇਂ ਹੀ ਮਾਫੀਆ ਚੱਲ ਰਿਹਾ, ਮਾਫੀਆ ਵੱਧ ਗਿਆ। ਜੀ ਅਸ਼ੋਕ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਇਹ ਗੱਲ ਹੋਰ ਵੀ ਕਰਾਂਗੇ, ਹੋਰ ਵਿਸ਼ਿਆਂ ਤੇ ਵੀ ਗੱਲ ਕਰਦੇ ਰਵਾਂਗੇ। ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਇੱਕ ਚੀਜ਼ ਜਿਹੜੀ ਸਭ ਤੋਂ ਵਧੀਆ ਨਿਕਲ ਕੇ ਆਈ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਕਿਹਾ ਕਿ ਅਸੀਂ ਪੰਜਾਬ ਦੇ ਲਈ ਕੰਮ ਕਰਨਾ ਹੈ, ਉਹਦੇ ਲਈ ਸਾਨੂੰ ਇੱਕ ਹੋਣਾ ਪਵੇ ਜਾਂ ਵੱਖ-ਵੱਖ ਤਰੀਕੇ ਦੇ ਨਾਲ ਵੀ ਸਾਡੀ ਪਾਰਟੀ ਨੂੰ ਕੰਮ ਕਰਨਾ ਪਵੇ, ਤੇ ਅਸੀਂ ਪੰਜਾਬ ਲਈ ਕੰਮ ਕਰਨਾ ਹੈ, ਪਾਰਟੀ ਲਈ ਕੰਮ ਨਹੀਂ ਕਰਨਾ। ਤੇ ਸਭ ਤੋਂ ਅਹਿਮ ਗੱਲ ਕਿ ਪੰਜਾਬ ਦੇ ਵਿੱਚ, ਪੰਜਾਬ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਮੰਨਿਆ ਜਾਂਦਾ ਹੈ, ਉਸ ਧਰਤੀ ਤੇ ਜੇ ਰੈਵਨਿਊ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਿਰਫ ਸ਼ਰਾਬ ਤੋਂ ਰੈਵਨਿਊ ਇਕੱਠਾ ਨਹੀਂ ਕਰ ਸਕਦੇ। ਤੇ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਰੈਵਨਿਊ ਦੇ ਲਈ ਹੋਰ ਵੀ ਸਾਧਨ ਖੜੇ ਕੀਤੇ ਜਾਣੇ ਚਾਹੀਦੇ ਆ। ਉਹਦੇ ਲਈ ਕੋਈ ਵੀ ਜਿਹੜੇ ਵੀ ਬ੍ਰਿਲੀਅੰਟ ਮਾਈਂਡ ਹੈ, ਉਹ ਚਾਹੇ ਅਕਾਲੀ ਦਲ ਤੋਂ ਹੋਣ, ਕਾਂਗਰਸ ਤੋਂ ਹੋਣ, ਬੀਜੇਪੀ ਤੋਂ ਹੋਣ, ਕਿਸੇ ਵੀ ਆਈਡੀਓਲੋਜੀ ਨੂੰ ਮੰਨਦੇ ਹੋਣ, ਉਹਨਾਂ ਨੂੰ ਨਾਲ ਲੈਣਾ ਚਾਹੀਦਾ ਤੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੀ ਪ੍ਰੋਸਪੈਰਿਟੀ ਲਈ ਕੰਮ ਕਰਨਾ ਚਾਹੀਦਾ। ਇਸੇ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ, ਡਿਸਕਸ਼ਨ ਕਰਦੇ ਰਵਾਂਗੇ ਤੇ ਜਾਣਦੇ ਰਵਾਂਗੇ ਪੰਜਾਬ ਦਾ ਹਾਲ ਕੀ ਹੈ ਤੇ ਪੰਜਾਬ ਦਾ ਹਾਲ ਕੀ ਹੋਣਾ ਚਾਹੀਦਾ ਹੈ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।